ਹਾਂਜੀ ਗੁਰੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ। ਗੁਰੂ ਦਾ ਖਾਸ ਰੂਪ, ਗੁਰੂ ਰੂਪ ਖਾਲਸਾ ਸੰਗਤ ਜੀ, ਆਪਾਂ ਸਾਰੇ ਹੀ ਜੀਵ ਜਿਹੜੇ ਚਬਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇੱਕ ਸੰਗਤ, ਇੱਕ ਪਰਿਵਾਰ ਰੂਪ ਦੇ ਵਿੱਚ ਆਪਣੇ ਜੀਵਨ ਦੀ ਜਾਂਚ ਆਪਾਂ ਸਾਰੇ ਸਿੱਖ ਰਹੇ ਹਾਂ। ਗੁਰਮੁਖ ਪਿਆਰਿਓ, ਆਪਾਂ ਸਾਰੇ ਹੀ ਜੀ ਬਹੁਤ ਬਹੁਤ ਵਡਭਾਗੀ ਹਾਂ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚੋਂ ਆਪਾਂ ਨੂੰ ਆਪਣੇ ਮੂਲ ਦੇ ਮਿਲਾਪ ਵਾਸਤੇ, ਮੂਲ ਤੋਂ ਭਾਵ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਸਾਡਾ ਪਿਤਾ ਆ, ਉਸ ਤੋਂ ਮਿਲਾਪ ਵਾਸਤੇ ਆਪਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਜੀ ਤੋਂ ਪ੍ਰੇਮ ਕਰਨ ਦੀਆਂ ਜੁਗਤੀਆਂ ਵਿਧੀਆਂ, ਇਹ ਦੇਹੀ ਦੇ ਵਿੱਚੋਂ ਨਿਕਲਣ ਦੀ ਜੁਗਤੀਆਂ ਵਿਧੀਆਂ, ਅਥਾ ਗਿਆਨ, ਦ੍ਰਿਸ਼ਟਮਾਨ ਦੀ ਉਦਾਹਰਣ ਦਿੰਦੇ ਹੋਏ ਆਪਾਂ ਨੂੰ ਗੁਰੂ ਸਾਹਿਬਾਨ, ਭਗਤ ਸਾਹਿਬਾਨ ਜੀ ਦ੍ਰਿੜ ਕਰਾ ਰਹੇ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚੋਂ ਜਿਹੜਾ ਜੀ ਗਿਆਨ ਦੇ ਰਾਹੀਂ ਮਾਲਿਕ ਦੇ ਦਰ ਤੋਂ ਪਹੁੰਚਣਾ ਚਾਹੁੰਦਾ ਹੈ, ਗੁਰੂ ਪਿਆਰਿਓ, ਉਹਦੇ ਲਈ ਗਿਆਨ ਵੀ ਬਹੁਤ ਹੈ, ਅਥਾ ਗਿਆਨ ਹੈ ਗੁਰਬਾਣੀ ਗੁਰੂ ਦੇ ਵਿੱਚੋਂ। ਜਿਹੜਾ ਜੀ ਜਿਹਨੂੰ ਗਿਆਨ ਵੀ ਨਹੀਂ ਹੈਗਾ, ਜਿਹਨੂੰ ਗੁਰਬਾਣੀ ਗੁਰੂ ਵੀ ਪੜ੍ਹਨੀ ਨਹੀਂ ਆਉਂਦੀ, ਜਿਹਨੂੰ ਵਿਆਕਰਣ ਵੀ ਨਹੀਂ ਆਉਂਦੀ, ਲੇਕਿਨ ਮਾਲਿਕ ਤੋਂ ਮਿਲਾਪ ਦੀ ਇੱਛਾ ਹੈਗੀ ਆ, ਉਹਦੀ ਵੀ ਹੈਲਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਰਦੇ ਹਨ। ਜਿਹਨੂੰ ਕੋਈ ਗਿਆਨ ਨਹੀਂ, ਜਿਹਨੂੰ ਗੁਰਬਾਣੀ ਗੁਰੂ ਨੂੰ ਵਿਚਾਰਨਾ ਦਾ ਬਹੁਤ ਵੱਡੀ ਗੱਲ ਹੈ, ਕੇਵਲ ਅੱਖਰਾਂ ਦੇ ਰਾਹੀਂ ਵੀ ਪੜ੍ਹਨਾ ਨਹੀਂ ਆਉਂਦਾ, ਕਈ ਵਾਰ ਦ੍ਰਿਸ਼ਟਮਾਨ ਦੇ ਰੂਪ ਦੇ ਵਿੱਚ ਵੀ, ਉਹਦਾ ਵੀ ਮਾਰਗਦਰਸ਼ਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਕਰਦੇ ਹਨ। ਕਿਉਂਕਿ ਗੁਰੂ ਮਹਾਰਾਜ ਆਪਾਂ ਨੂੰ ਭੇਜਦੇ ਰਹੇ, ਭਾਵੇਂ ਪੜ੍ਹਿਆ ਹੋ ਭਾਵੇਂ ਅਨਪੜ੍ਹ ਹੋ, ਮਾਲਿਕ ਦੇ ਮਿਲਾਪ ਵਾਸਤੇ ਸਿਰਫ ਚਿੱਤ ਦੇ ਵਿੱਚ ਇੱਛਾ ਤੇ ਭਰੋਸਾ ਤੇ ਪ੍ਰੇਮ ਹੋਣਾ ਚਾਹੀਦਾ ਹੈ। ਜਿਹੜਾ ਗਿਆਨ ਹੈ, ਗੁਰਮਤਿ ਦਾ ਗਿਆਨ ਹੈ, ਉਹ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਆਪ ਹੀ ਮਨ ਬੱਚੇ ਦੀ ਝੋਲੀ ਦੇ ਵਿੱਚ ਪਾ ਦੇਣਾ। ਔਰ ਇਹੋ ਜਿਹਾ ਗਿਆਨ ਜਿਹੜਾ ਤ੍ਰੈ ਗੁਣਾ ਦੇ ਗਿਆਨ ਤੋਂ ਮੈਚ ਨਹੀਂ ਕਰੂਗਾ। ਇੱਕ ਹੁੰਦਾ ਤ੍ਰੈ ਗੁਣਾ ਦਾ ਗਿਆਨ, ਅੱਖਰੀ ਗਿਆਨ, ਵਿਆਕਰਣ ਦਾ ਗਿਆਨ, ਲੇਕਿਨ ਜਿਹੜਾ ਚੌਥੇ ਪਦ ਦਾ ਗਿਆਨ ਹੈ, ਉਹਨੂੰ ਕਹਿੰਦੇ ਵਿਵੇਕ ਬੁੱਧ, ਉਹ ਗੁਰਮੁਖ ਪਿਆਰਿਓ ਮਾਲਿਕ ਦੇ ਵੱਲੋਂ ਹੀ ਦਾਤ ਮਿਲਦੀ ਆ। ਉਹ ਕਿੱਦਾਂ ਮਿਲਦੀ ਆ? ਉਹ ਉਸ ਮਨ ਬੱਚੇ ਨੂੰ ਮਿਲਦੀ ਆ ਜਿਹੜਾ ਮਾਲਿਕ ਨੂੰ ਪ੍ਰੇਮ ਕਰਦਾ ਹੈ, ਜਿਹੜਾ ਮਾਲਿਕ ਤੋਂ ਮਿਲਾਪ ਚਾਹੁੰਦਾ ਹੈ, ਵਿਛੋੜੇ ਦਾ ਦੁੱਖ ਕਰਦਾ ਹੈ। ਉਹਨੂੰ ਸ਼ਬਦ ਗੁਰੂ ਦੇ ਰਾਹੀਂ ਉਹ ਡੂੰਘਾ ਵੇਦ ਆਪ ਅਕਾਲ ਪੁਰਖ ਪ੍ਰਮਾਤਮਾ ਜੀ ਦਿੰਦੇ ਹੈ। ਜਿੱਦਾਂ ਆਪਾਂ ਗੁਰਬਾਣੀ ਗੁਰੂ ਦਾ ਓਟ ਆਸਰਾ ਲੈਂਦੇ ਹੋਇਆ ਭਵਸਾਗਰ ਤੋਂ ਪਾਰ ਹੋਣਾ ਸਿੱਖ ਰਹੇ, ਆਪਾਂ ਨੂੰ ਗਿਆਨ ਦੀ ਲੋੜ ਆ। ਇਹ ਮਨ ਬੱਚਾ ਜਿਹੜਾ ਕਲਯੁਗ ਦੇ ਸਮੇਂ ਦੇ ਵਿੱਚ ਵਿਚਰ ਰਿਹਾ ਹੈ, ਇਹਨੂੰ ਗਿਆਨ ਦੀ ਲੋੜ ਵੱਧ ਇਸ ਕਰਕੇ ਹੈ ਗੁਰਮੁਖ ਪਿਆਰਿਓ, ਕਿਉਂਕਿ ਇਹਨੂੰ ਮਾਲਿਕ ਤੋਂ ਪ੍ਰੇਮ ਘੱਟ ਹੈ। ਪ੍ਰੇਮ ਕਿਹਾ ਕਿਹਨੂੰ ਗਿਆ ਹੈ, ਉਹ ਵੀ ਗਿਆਨ ਦੇ ਵਿੱਚੋਂ ਹੀ ਇਹਨੂੰ ਭੇਦ ਆਊਗਾ ਕਿ ਪ੍ਰੇਮ ਕਿਹਾ ਕਿਹਨੂੰ ਗਿਆ ਹੈ। ਆ ਮਾਲਿਕ ਤੇ ਪ੍ਰੇਮ ਕਿੱਦਾਂ ਕਿੱਦਾਂ ਕਰਦਾ ਹੈ, ਆਪ ਦੀ ਸਿਆਣਪ ਦੇ ਰਾਹੀਂ। ਜਿਹੜੀ ਗੁਰਬਾਣੀ ਗੁਰੂ ਦੇ ਵਿੱਚੋਂ ਆਪਾਂ ਨੂੰ ਦੱਸਿਆ ਜਾ ਰਿਹਾ ਵੀ ਪ੍ਰੇਮ ਦੀ ਜਿਹੜੀ ਡੈਫੀਨੇਸ਼ਨ ਹੈ, ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ
ਅਕਾਲ ਪੁਰਖ ਪਰਮਾਤਮਾ ਜੀ ਤੇ ਪ੍ਰੇਮ ਦੀ ਡੈਫੀਨੇਸ਼ਨ ਹੀ ਹੈ। ਵੱਖਰੇ ਵੱਖਰੇ ਤਰੀਕਾ ਤੋਂ ਪ੍ਰੇਮ ਦੇ ਵਿੱਚ ਵਿਛੋੜਾ ਹੈ ਤਾਂ ਵਿਛੋੜੇ ਦੀ ਗੁਰਬਾਣੀ ਗੁਰੂ ਹੈ। ਪ੍ਰੇਮ ਦੇ ਵਿੱਚ ਅਗਰ ਮਿਲਾਪ ਹੈ ਤੇ ਉਸ ਅਵਸਥਾ ਦੀ ਗੁਰਬਾਣੀ ਹੈ। ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮੂਲ ਹੈ, ਗਿਆਨ ਦੀ ਗੱਲ ਕਰਦੇ ਆਪਾਂ, ਜਿਹੜਾ ਉਹਦੇ ਵਿੱਚ ਮੂਲ ਹੈ ਉਹ ਹੈ ਪ੍ਰੇਮ। ਅਗਰ ਵਿਛੋੜਾ ਹੋਇਆ ਤੇ ਫਿਰ ਉਹਦੀ ਯਾਦ ਆਈ ਤਾਂ ਉਹਦੇ ਪਿੱਛੇ ਰੀਜ਼ਨ ਹੈ ਪ੍ਰੇਮ। ਅਗਰ ਸੁਰਤ ਮਿਲਾਪ ਕਰਨਾ ਚਾਹੁੰਦੀ ਹੈ ਤੇ ਉਹਦੇ ਪਿੱਛੇ ਰੀਜ਼ਨ ਹੈ ਪ੍ਰੇਮ। ਮਿਲ ਕੇ ਉਹਦੇ ਨਾਲ ਆਨੰਦ ਮੰਨਦੀ ਆ ਤੇ ਉਹਦਾ ਰੀਜ਼ਨ ਹੈ ਪ੍ਰੇਮ। ਸੰਸਾਰ ਦੇ ਵਿੱਚ ਦੁਬਾਰਾ ਨਹੀਂ ਆਉਣਾ ਚਾਹੁੰਦੀ, ਉਹਦਾ ਕਾਰਨ ਹੈ ਪ੍ਰੇਮ। ਇਹ ਭਵਸਾਗਰ ਦੇ ਵਿੱਚ ਆਪ ਦੇ ਆਪ ਨੂੰ ਦੁਖੀ ਮਹਿਸੂਸ ਕਰਦੀ ਹੈ, ਉਹਦਾ ਕਾਰਨ ਹੈ ਪ੍ਰੇਮ। ਸਾਰੀਆਂ ਅਵਸਥਾਵਾਂ ਦੀ ਗੁਰਬਾਣੀ ਗੁਰੂ ਕਲਮਬੰਦ ਹੋਈ ਹੋਈ ਹੈ, ਲੇਕਿਨ ਪਿੱਛੋਂ ਜਿਹੜੀ ਚੀਜ਼ ਹੈ, ਜਿਹੜੀ ਲੁਕੀ ਹੋਈ ਹੈ ਹਰ ਇੱਕ ਸ਼ਬਦ ਦੇ ਵਿੱਚੋਂ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਹੈ ਪ੍ਰੇਮ ਮਾਲਿਕ ਤੋਂ। ਜੇ ਮਿਲਾਪ ਨਹੀਂ ਹੋਇਆ ਤਾਂ ਵਿਰਾਗ ਹੋਣ ਲਗਾ, ਜੇ ਮਿਲਾਪ ਹੋ ਗਿਆ ਤੇ ਦੁਬਾਰਾ ਇੱਧਰ ਆਉਣ ਦੀ ਇੱਛਾ ਨਹੀਂ ਤਾਂ ਵੀ ਵਿਰਾਗ ਹੋਣ ਲਗਾ। ਲੇਕਿਨ ਸਾਰੀ ਕਹਾਣੀ ਪ੍ਰੇਮ ਤੋਂ ਸ਼ੁਰੂ ਹੁੰਦੀ ਆ। ਹੁਣ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚੋਂ ਆਪਾਂ ਨੇ ਕभी ਪੁੱਛਿਆ ਨਹੀਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਕਲਮਬੰਦ ਕਿਉਂ ਕੀਤਾ ਗਿਆ। ਉਹ ਇਸ ਕਰਕੇ ਕੀਤਾ ਗਿਆ ਗਾ ਕਿ ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਨੇ ਆਉਣ ਵਾਲੇ ਸਮੇਂ ਦੇ ਲਈ ਇੱਕ ਮਾਰਗਦਰਸ਼ਨ ਦੇ ਤੌਰ ਤੇ ਅੱਗੇ ਦਾ ਸਮੇਂ ਜਾਣਦੇ ਹੋਇਆ ਕਿ ਰਜੋ ਤੇ ਤਮੋ ਤੇ ਮਨ ਬੱਚਾ ਇਸ ਅਵਸਥਾ ਦੇ ਵਿੱਚ ਵਿਚਰੂਗਾ ਕਿ ਕੋਈ ਦ੍ਰਿਸ਼ਟਮਾਨ ਰੂਪ ਦੇ ਵਿੱਚ ਮਾਰਗਦਰਸ਼ਨ ਕਰਨੇ ਦੇ ਲਾਇਕ ਨਹੀਂ ਰਹਿ ਜਾਣੇ ਦਾ, ਕੋਈ ਦੇਹਧਾਰੀ ਮਾਰਗਦਰਸ਼ਨ ਨਹੀਂ ਕਰ ਪਾਊਗਾ ਬ੍ਰਹਮ ਦਾ। ਇਸ ਕਰਕੇ ਉਹਨਾਂ ਨੇ ਬ੍ਰਹਮ ਦਾ ਵੇਦ ਕਲਮਬੰਦ ਕਰ ਦਿਆ। ਸਾਲੇ ਵਾਸਤੇ, ਆਪਣੇ ਸਾਰਿਆਂ ਦੇ ਵਾਸਤੇ ਉਹ ਆਪਾਂ ਨੂੰ ਇੰਨੀ ਵੱਡੀ ਦਾਤ ਕਲਮਬੰਦ ਕਰਕੇ ਦੇ ਕੇ ਗਏ ਤੇ ਅੱਜ ਵੀ ਹਾਜ਼ਰ ਨਾਜ਼ਰ ਹੈ, ਮਾਰਗਦਰਸ਼ਨ ਕਰ ਰਹੇ ਆਪਣਾ। ਕਿ ਜਿਹੜਾ ਵੀ ਮਾਲਿਕ ਤੋਂ ਮਿਲਾਪ ਦੀ ਇੱਛਾ ਰੱਖਦਾ ਹੋਊਗਾ, ਜਿਹਦੇ ਚਿੱਤ ਦੇ ਵਿੱਚ ਇੱਛਾ ਹੋਊਗੀ, ਉਹ ਸ਼ਬਦ ਗੁਰਬਾਣੀ ਗੁਰੂ ਦਾ ਓਟ ਆਸਰਾ ਲੈਂਦੇ ਹੋਇਆ ਬ੍ਰਹਮ ਦੀ ਖੋਜ ਕਰ ਸਕਦਾ ਹੈ। ਇਹਦੇ ਪਿੱਛੇ ਗੁਰਮੁਖ ਪਿਆਰਿਓ ਇੱਕ ਰੀਜ਼ਨ ਆ ਵੀ ਹੈਗਾ ਕਿ ਕਲਯੁਗ ਦੇ ਬਹਿੜੇ ਸਮੇਂ ਦੇ ਵਿੱਚੋਂ ਕਾਲ ਦੇ ਸਰਕਾਰ ਜਿਹੜੀ ਆ ਉਹ ਬਹੁਤ ਜ਼ਿਆਦਾ ਹਾਵੀ ਹੋ ਗਈ ਹੈ। ਹੁਣ ਅੱਜ ਦੀ ਗੱਲ ਕਰਦੇ ਹਾਂ ਆਪਾਂ, ਇਸ ਸਮੇਂ ਦੇ ਵਿੱਚੋਂ ਗਿਆਨ ਦੀ ਕਮੀ ਨਹੀਂ ਹੈ, ਲੇਕਿਨ ਗਿਆਨ ਚੌਥੇ ਪਦ ਤੇ ਮੈਚ ਕਰਦਾ ਹੈ ਜਾਂ ਨਹੀਂ ਕਰਦਾ, ਇਹਦੀ ਕਮੀ ਹੈ। ਗਿਆਨ ਗੁਰਬਾਣੀ ਗੁਰੂ ਦਾ ਆਲ ਵਰਲਡ ਦੇ ਵਿੱਚੋਂ ਕਾਫੀ ਸਤਿਕਾਰ ਹੈ। ਆਪ ਦੀ ਜਿਹੜੀਆਂ ਵਿਧੀਆਂ ਦੇ ਰਾਹੀਂ ਆਪਣੀ ਮਤ ਦੇ ਅਨੁਸਾਰ ਪ੍ਰੇਮ ਵੀ ਬਹੁਤ ਹੈ, ਲੇਕਿਨ ਜੋ ਗਿਆਨ ਗੁਰਬਾਣੀ ਗੁਰੂ ਦੇ ਰਹੀ ਹੈ ਗੁਰਮੁਖ ਪਿਆਰਿਓ, ਉਹ ਚੌਥੇ ਪਦ ਦਾ ਗਿਆਨ ਹੈ, ਜਿਹੜਾ ਦ੍ਰਿਸ਼ਟਮਾਨ ਕਿਰਿਆ ਕਲਾਪ ਤੋਂ ਮੈਚ ਹੀ ਨਹੀਂ ਕਰੂਗਾ। ਆਪਾਂ ਨੂੰ ਮਹਾਰਾਜ ਭੇਜ ਦਿਆ ਕਿ ਜਿਹੜੀਆਂ ਸੰਸਾਰ ਦੇ ਵਿੱਚ ਇੰਨਾ ਜ਼ਿਆਦਾ ਰਜੋ ਤਮੋ ਤੇ ਵਪਾਰ ਹੋਣਾ ਸ਼ੁਰੂ ਹੋ ਜਾਊਗਾ, ਇਤਨਾ ਹੋਣਾ ਸ਼ੁਰੂ ਹੋ ਜਾਊਗਾ ਕਿ ਗਿਆਨ ਦੇ ਇੱਕ ਗਿਆਨ ਹੈ, ਗਿਆਨ ਅੰਧਕਾਰ ਨੂੰ ਦੂਰ ਕਰਦਾ ਹੈ, ਲੇਕਿਨ ਕਲਯੁਗ ਦੇ ਇਹੋ ਜਿਹਾ ਸਮੇਂ ਆਊਗਾ ਕਿ ਇੱਕ ਆ ਗਿਆਨ ਵੀ ਮਾਲਿਕ ਤੋਂ ਦੂਰੀ ਪੈਦਾ ਕਰ ਦੂਗਾ।
ਲੇਕਿਨ ਗਿਆਨ ਤ੍ਰੈ ਗੁਣਾ ਦਾ। ਤ੍ਰੈ ਗੁਣਾ ਦਾ ਕਿੱਦਾਂ ਕਿਹਾ ਗਿਆ? ਤ੍ਰੈ ਗੁਣਾ ਦਾ ਗਿਆਨ ਆਪਾਂ ਨੇ ਬੁੱਝਣਾ ਵੀ ਤ੍ਰੈ ਗੁਣਾ ਦਾ ਗਿਆਨ ਹੈਗਾ ਕੀ ਤੇ ਚੌਥੇ ਪਦ ਦਾ ਗਿਆਨ ਕੀ ਹੈਗਾ। ਤ੍ਰੈ ਗੁਣਾ ਦਾ ਗਿਆਨ ਜਿਹੜਾ ਰਸਨਾ ਤੋਂ ਬੋਲਾ ਜਾਵੇ, ਕੰਨਾਂ ਤੋਂ ਸੁਣਾ ਜਾ, ਲੇਕਿਨ ਪ੍ਰੈਕਟੀਕਲ ਨਾ ਕਰਿਆ ਜਾਵੇ, ਅਧਿਐਨ ਨਾ ਕਰਿਆ ਜਾਵੇ, ਆਪਦੇ ਆਪੇ ਨੂੰ ਉਹਦੇ ਵਿੱਚੋਂ ਢਾਲਾ ਨਾ ਜਾਵੇ, ਉਹ ਤ੍ਰੈ ਗੁਣਾ ਦਾ ਗਿਆਨ ਹੈ। ਭਾਵੇਂ ਉਹ ਗੁਰਬਾਣੀ ਗੁਰੂ ਦਾ ਹੀ ਗਾਇਨ ਹੈ, ਕਿਉਂਕਿ ਗੁਰਮੁਖ ਪਿਆਰਿਓ ਧੁਰ ਦੀ ਬਾਣੀ ਨੂੰ ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਨੇ ਸ਼ਬਦਾਂ ਦੇ ਵਿੱਚ ਪਰੋ ਕੇ ਆਪਾਂ ਨੂੰ ਚੌਥੇ ਪਦ ਦੀ ਬਾਣੀ ਹੈ, ਉਹਨੂੰ ਸ਼ਬਦਾਂ ਦੇ ਵਿੱਚ ਪਰੋ ਕੇ ਆਪਾਂ ਨੂੰ ਇੱਕ ਜਿੱਦਾਂ ਪਾਸਵਰਡ ਹੁੰਦਾ ਨਾ, ਵਿੱਚੋਂ ਜਾਣਾ ਤੇ ਬਾਹਰ ਜਿੱਦਾਂ ਆਪਣੇ ਕੋਲ ਛੋਟਾ ਲਾਓ ਕੋਈ ਬਕਸਾ ਹੈ, ਕੁਝ ਇਹੋ ਜਿਹਾ ਹੈ, ਉਹਦੇ ਵਿੱਚ ਆਪਾਂ ਨੇ ਕੁਝ ਰੱਖਿਆ ਹੋਇਆ ਹੈ, ਬਾਹਰ ਲੋਕ ਲੱਗਿਆ ਹੋਇਆ, ਪਾਸਵਰਡ ਹੈ। ਏਦਾਂ ਗੁਰਬਾਣੀ ਗੁਰੂ ਪਾਸਵਰਡ ਹੈ, ਜਿਹਨੂੰ ਪਾਸਵਰਡ ਖੋਲਣਾ ਆ ਗਿਆ ਉਹਨੂੰ ਖਜ਼ਾਨਾ ਅੰਦਰੋਂ ਮਿਲੂਗਾ। ਲੇਕਿਨ ਗਿਆਨ ਨਾ ਹੁੰਦੇ ਹੋਇਆਂ ਕਈ ਪਾਸਵਰਡ ਦੀ ਹੀ ਵਿਆਖਿਆ ਕਰਨ ਲੱਗੇ ਵੀ ਪਾਸਵਰਡ ਆ ਹੈਗਾ ਆ, ਇਹਨੂੰ ਏਦਾਂ ਪੜ੍ਹਨਾ ਹੈਗਾ ਆ, ਇਹਨੂੰ ਇੰਨੇ ਟਾਈਮ ਕਰਨਾ ਹੈਗਾ, ਇਹਨੂੰ ਇੰਨੇ ਟਾਈਮ ਖੋਲਣਾ ਹੈ, ਇੰਨੇ ਵਜੇ ਤੋਂ ਇੰਨੇ ਵਜੇ ਖੋਲਣਾ ਹੈ, ਲੇਕਿਨ ਉਹਦੇ ਵਿੱਚੋਂ ਕੀ ਚੀਜ਼ ਰੱਖੀ ਹੋਈ ਹੈ ਉਹ ਕਾਲ ਨੇ ਪਰਦਾ ਪਾ ਦਿਆ। ਆਪਾਂ ਭਾਵ ਸਮਝ ਰਹੇ, ਮਹਾਰਾਜ ਆਪਾਂ ਨੂੰ ਭੇਜਦੇ ਨੇ ਕਿ ਕੇਵਲ ਜਿਹੜਾ ਰਸਨਾ ਦੇ ਰਾਹੀਂ ਪੜਿਆ ਜਾਵੇ, ਕੰਨਾਂ ਦੇ ਰਾਹੀਂ ਸੁਣਿਆ ਜਾਵੇ, ਕੰਨ ਰਸ ਹੋ, ਜੀਭਾਂ ਦਾ ਰਸ ਹੋ, ਲੇਕਿਨ ਕੇਵਲ ਤ੍ਰਿਲੋਕੀ ਤੱਕ ਹੋ, ਪਾਉਣ ਤੋਂ ਵੱਖ ਹੋ ਕੇ ਕੁਝ ਵੀ ਸਾਡੇ ਨਾਲ ਨਾ ਹੋ। ਇਹਦਾ ਮਤਲਬ ਉਹ ਗਿਆਨ ਕੇਵਲ ਤ੍ਰੈ ਗੁਣਾ ਦਾ ਹੈ, ਉਹ ਆਖਰੀ ਗਿਆਨ ਹੈ। ਚੌਥੇ ਪਦ ਦਾ ਗਿਆਨ ਕਿਹਨੂੰ ਕਿਹਾ ਗਿਆ ਹੈ ਗੁਰਮੁਖ ਪਿਆਰਿਓ? ਚੌਥੇ ਪਦ ਦਾ ਗਿਆਨ ਕਿਹਾ ਗਿਆ ਹੈ ਕਿ ਜੋ ਗੁਰਬਾਣੀ ਗੁਰੂ ਕਹਿ ਰਹੀ ਹੈ ਆਪਾਂ ਨੂੰ ਕਿ ਆਪਾਂ ਜੋਤ ਸਰੂਪ ਹੈ ਤੇ ਆਪਾਂ ਨੂੰ ਵੇਖ ਲੈਣਾ ਚਾਹੀਦਾ ਹੈ ਕਿ ਆਪਾਂ ਜੋਤ ਸਰੂਪ ਹੈ। ਗੁਰਬਾਣੀ ਗੁਰੂ ਕਹਿ ਰਹੀ ਹੈ ਕਿ ਜਿਹੜਾ ਆਪ ਜੀ ਦਾ ਪਿਤਾ ਹੈ, ਜਿਹੜਾ ਆਪ ਜੀ ਦਾ ਮੂਲ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਗੁਰਬਾਣੀ ਗੁਰੂ ਕਹਿ ਰਹੀ ਹੈ ਦੇਖੋ, ਜਿਹੜੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਉਹ ਘਟ ਘਟ ਦੇ ਵਿੱਚ ਆਪ ਰਮਿਆ ਹੋਇਆ ਹੈ, ਆਪਾਂ ਨੂੰ ਵੇਖ ਲੈਣਾ ਚਾਹੀਦਾ ਹੈ। ਏਦਾਂ ਤਾਂ ਨਹੀਂ ਆਪਾਂ ਨੂੰ ਕਹਿਣਾ ਚਾਹੀਦਾ ਵੀ ਉਹ ਘਟ ਘਟ ਅੰਤਰ ਸਰਬ ਨਿਰੰਤਰ। ਇੱਕ ਅਵਸਥਾ ਕਿ ਅਸੀਂ ਗਿਆਨ ਲੈ ਰਹੇ हैं कि गुरबाणी गुरु दस रहे हैं कि तू घट घट अंतर सर्व निरंतर। एक अवस्था साड़ी ज्ञान वाली आ कि ज्ञान लैके आप खोजी बनेंगे। एक दिन आप ए नेत्रा दे राही पेख के सुन के ते खुशी खुशी दे नाल बोलेंगे तू घट घट अंतर सर्व निरंतर हर एको पुरख समाना। पेख लिया, सुन लिया। उस दिन असी गुरबाणी गुरु दे विचों आ गए। उस दिन समझो कि साने गुरबाणी गुरु नू मनन कर लिया। उस दिन समझो कि गुरबाणी गुरु दे राही आपां बाजी नू फतेह कर गए। इन्हां दे विचों अंतर है। वो भी एक दिन अवस्था थी साड़ी कि गुरबाणी गुरु दे विचों ज्ञान ले रहे थे। गुरबाणी गुरु कह रही है आपको मार्गदर्शन कर रही है, सब राम बोल रहे। भगत सेवान जी गुरु सेवान जी कह रहे हैं, उन्होंने देखा अपने नेत्रा दे राही सवै घट राम बोले, वो उपदेश कर रहे वाहिगुरु। गुरबाणी गुरु दे विच उपदेश कीता है, केवल मन ते आप दी विचार हुई हुई है। मन ते आप गुरु सेवान जी मन तो गल्ला कर रहे हैं। गुरु कलमबंद किया मन राजी कहानी आ। तिने कहने में सवै घट राम बोला है, रामा बोला रे, राम बिना को बोले। तो आप बैठे हुए देख रहे भी सारे दे विच राम ही बोली जाता, राम तो अलावा कोई बोलता ही नहीं। फिर उन्होंने अगे भी क्या कहने निंदा भली किसी की नाही। क्यों किया? क्योंकि उन्होंने देख लिया सारिया दे विच अकाल पुरख परमात्मा मिलदा है। लेकिन जिन्हों ने देखा नहीं, जिन्हों ने सुना नहीं, वो किदा 100% भरोसे ते कह सकते हैं सवै घट राम बोले, रामा बोले रे। साबित होना चाहिए। कहण तो भाव है
ਕਿ ਜਦਲੋਂ ਅਸੀਂ ਆਪਣੇ ਨੇਤਰਾਂ ਤੋਂ ਵੇਖ ਨਾ ਲੈ, ਜਬ ਤੱਕ ਅਸੀਂ ਇਹ ਕੰਨਾਂ ਤੋਂ ਸੁਣ ਨਾ ਲੈ, ਤਬ ਤੱਕ ਸਾਨੂੰ ਦੱਸਣਾ ਨਹੀਂ ਚਾਹੀਦਾ। ਸਮਝ ਰਹੇ ਨਾ ਆਪਾਂ ਕੀ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ। ਜਿਹੜੀ ਗੁਰਬਾਣੀ ਗੁਰੂ ਹੈ ਉਹ ਆਪ ਦੇ ਮਨ ਦੀ ਕਹਾਣੀ ਹੈ। ਅੱਜ ਮੇਰੇ ਮਨ ਦੀ ਅਵਸਥਾ ਹੈ ਕਿ ਨਾ ਹੀ ਮੈਨੂੰ ਮਾਲਿਕ ਦੇ ਦਰਸ਼ਨ ਹੋਏ, ਉਦਾਹਰਨ ਦਿੰਨੇ ਆਪਾਂ, ਨਾ ਹੀ ਮਾਲਿਕ ਨੂੰ ਮੈਨੇ ਕभी ਸੁना। ਮੈਂ ਇਹ ਅਵਸਥਾ ਦੀ ਗੁਰਬਾਣੀ ਨੂੰ ਵਿਚਾਰ ਕੇ ਆਨੰਦ ਕਿੱਦਾਂ ਮੰਨ ਲਊਂਗੀ? ਸਮਝੋ ਬਰੀਕੀ ਨੂੰ। ਇਹ ਅਵਸਥਾ ਦੀ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਆਨੰਦ ਕਿੱਦਾਂ ਮੰਨ ਲਊਂਗੀ? तो घट घट अंतर सर्व सच बोलना है, मेरा मतलब मैं तो सच बोल ही नहीं रही। वो तो गुरु साहबान भक्त सेवान जी कह रहे हैं, लेकिन मैंने भी कहना है, मैनू भी मानुक देही मिली है। फिर अगर मैनू ना ही मालिक नजर आया, ना ही मालिक मैनू सुनाई दिया, ते मैं किदा कह देवां तेरे द्वारे धुन सहज की मथे मेरे दगाई, और मैनू गावां ते आनंद मन्ना। क्यों? अंदर तो यह सच है ही नहीं, मेरे मथे तो दगाई नहीं। समझ रहे ना आप गुरबाणी गुरु की आ? मैं शब्द पढ़ रही हाँ, एक होंदा है ज्ञान लेना, ज्ञान तो अपन ने लेना है, समझ रहे ना आप? एक होंदा ज्ञान लेना, ज्ञान तो अपन ने लेना है, लेकिन विच जिहड़ी चीज गुरबाणी गुरु दे बोल दिया कि हर मंगल गाओ सखी ग्रह मंदिर बनया। मेरा बन गया मंदिर? मेरा तो बना नहीं। ਇਹਦਾ मतलब मैं तो सच नहीं बोल रही। हाँ, मैं दूजे ਦਾ सुन के आनंद मन रही हूँ, वो कन रस है। या गुरु साहबान भक्त साहबान जी दे प्रैक्टिकल दी रिस्पेक्ट है, लेकिन मैं आ नहीं कह सकती कि मैंने देख लिया, मैंने देख सुन लिया। कहने तो भाव प्रैक्टिकल दी लोड़ है। मैं आनंद साहब जी की गुरबाणी रूप विचारण बैठी ते मैं बड़े ही आनंद दे नाल कह रही हाँ, जे मैं ज्ञान ले रही हाँ फिर तो ठीक है, जे केवल मैं पढ़ रही हाँ, रोज नित नित पढ़ रही हाँ, मैंने नियम बना लिया, ओह नहीं ठीक। मैं कह रही हाँ आप बड़े प्यार नाल विचार रहे। राम कली महला तीजा आनंद एक ओंकार सतगुरु प्रसाद, आनंद भया मेरी माए सतगुरु मैं पाया, सतगुरु मैं पाया। मेरी आप दी विचार चल रही, मैंने पा लिया। मैंने नहीं पाया तो मैं ठीक है कि नितनेम करना है, पंजो बाणियां का विचारना है, लेकिन ज्ञान दे लई, मार्गदर्शन दे लई, रूल दे लई नहीं। ते फिर मैनू अपनी अवस्था की बाणी ते जाना चाहिए, पीछे जाना चाहिए। कहते तू समर्थ वड्डा मेरी मर थोड़ी राम, तू तो समर्थ वड्डा है। हर अवस्था की बाणी है, इस करके ਆਪਾਂ ਨੂੰ ਦੱਸਿਆ ਗਿਆ ਕਿ ਆਪ ਦੇ ਆਪਣੀ ਮਨ ਦੀ ਅਵਸਥਾ ਦੀ ਬਾਣੀ ਨੂੰ ਵਿਚਾਰੋ, ਫਿਰ ਆਪਾਂ ਅੱਗੇ ਚੱਲਾਂਗੇ। ਜਿਹੜੇ ਬੱਚੇ ਨੂੰ ਅੱਖਰਾਂ ਤੋਂ ਪੈਨਸਿਲ ਫੇਰਨੀ ਨਾ ਆਂਦੀ ਹੋ और ਉਹਨੂੰ ਬੁੱਕ ਲਿਖਣ ਦੇ ਲਈ ਬਿਠਾ ਦੋ ਤੇ ਕੀ ਉਹ ਲਿਖ ਸਕਦਾ ਹੈ? ਵਾਹਿਗੁਰੂ, ਇਹ ਸਮਝ ਰਹੇ ਨਾ ਆਪਾਂ ਬਰੀਕੀ ਕੀ ਹੈ? ਗੁਰਬਾਣੀ ਗੁਰੂ ਦੀ ਬਰੀਕੀ ਕੀ ਹੈ? गुरबाणी गुरु का जो मेन सत्कार है वो की है? एक अपना क्वेश्चन बन कि जब पढ़ेंगे ही नहीं तो फिर विचारेंगे कितना? ਅਸੀਂ बार-बार विचों विचार कर रहे, पढ़ना तो है। ਇਹਦਾ मतलब जो अनपढ़ है ਉਹਨਾਂ ਨੂੰ मालिक नहीं मिलने ਦਾ। गुरमुख प्यारिओ, पढ़न का भाव दूजा है, ज्ञान लैन का भाव दूजा, चलने का भाव दूजा है। इन्हां च अलग अलग अवस्था है। पढ़ना चंगी गल है, पढ़ के चलना उस तो भी वड्डी गल है, और चल के प्राप्ति कर लेना, रिजल्ट ले लेना, वो सब तो वड्डी गल है। ਆਪਾਂ ਨੂੰ ਆ ਗੁਰਬਾਣੀ ਗੁਰੂ ਦੇ ਵਿੱਚੋਂ ਗਿਆਨ ਦਿਆ ਜਾ ਰਿਹਾ, ਜਿਹੜਾ ਆਪਾਂ ਵਿਚਾਰਦੇ ਆ। ਆਪਾਂ ਬੜੇ ਪਿਆਰ ਨਾਲ ਬਹਿਨੇ ਗੁਟਕਾ ਸਾਹਿਬ ਲੈ ਕੇ, ਫਿਰ ਆਪਾਂ ਵਿਚਾਰ ਨੂੰ ਬਹਿਨੇ
कहने आद सच जुगाद सच, बाली पढ़ते ना, है भी सच नानक होसी भी सच। कहने भी मालिक सच है, सच था, सच रहूगा, थिर है, थिर था, थिर रहूगा। ਤੇ ਫਿਰ ਰੋਜ਼-ਰੋਜ਼ ਇੰਨੇ ਤਰਕ ਕਿੱਥੇ ਤੋਂ ਆ ਜਾਂਦੇ ਹੈ? ਮਾਲਿਕ ਹੈਗਾ ਜੀ, ਮਾਲਿਕ ਕਿੱਦਾਂ ਹੈ, ਕਿੱਦਾਂ ਦਾ ਹੈ ਜੀ, वो थिर किदा है जी। ਇਹਦਾ ਮਤਲਬ मैंने केवल गुरबाणी गुरु ਨੂੰ पढ़ा है, मैंने खोजा नहीं। गुरबाणी गुरु कह रही है खोजो, इस मन को कोई खोजो भाई, खोजो। गुरबाणी गुरु कह रही है मन तू जोत स्वरूप है, अपना मूल पछाण, पछाण तो भाव है खोज। गुरबाणी गुरु खोजण दे लई कह रही है हर जगह। वो सच था, सच है, सच रहूगा। मैंने तो सच था नहीं देखा, सच है नहीं देखा, सच होगा मैंने तो नहीं देखा। तो फिर मतलब मैं केवल पढ़न तक सीमित था। इस करके कहा गया कि विरले सूरमा दा कम होगा, जेड़े आ देखेंगे कि सच था, सच है, सच रहूगा। ਜਿਹੜੇ ਆਪਣੇ ਪਾਸਟ ਨੂੰ ਦੇਖਦੇ ਹੋਇਆ, ਫਿਊਚਰ ਨੂੰ ਦੇਖਦੇ ਹੋਇਆ, ਸੌਰੀ ਪਾਸਟ ਨੂੰ ਦੇਖਦੇ ਹੋਇਆ, ਪ੍ਰੈਜ਼ੈਂਟ ਨੂੰ ਦੇਖਦੇ ਹੋਇਆ, ਫਿਊਚਰ ਵੀ ਦੇਖेंगे, ਉਹ ਮੰਨੇ ਜਾएंगे सूरमे बिरले। जो अपना बैक भी देख लेंगे, बिचों मालिक ਨੂੰ भी देख लेंगे, फिर अज भी देख लेंगे। गुरु नानक देव महाराज जी ने तो सच बोला ना, उन्होंने कहा कि सारी दुनिया ਨੂੰ बनाने वाला थिर है, वो थिर था, थिर है, थिर रहूगा। वो पेख के कह रहे हैं, आनंद मन के कह रहे हैं, नेत्रा दे राही देख के कह रहे हैं भी सच हैगा। ਆਪਾਂ ਵੀ ਉਸ ਅਵਸਥਾ ਦੇ ਵਿੱਚ ਲੈ ਜਾਣ ਦੇ ਲਈ ਕਹਿ ਰਹੇ ਕਿ ਆਓ ਉਸ ਅਵਸਥਾ ਦੇ ਵਿੱਚ ਆਓ, ਹੁਕਮ ਨੂੰ ਪਛਾਣੋ ਤੇ ਦੇਖੋ कि जेड़ा थोड़ा शब्द गुरु है, जेड़ा थोड़ा अकाल पुरख परमात्मा है, वो आद ते अंत तक थिर है, वो अजूनी सहभंग है। देखो, पढ़ो ना, सच बोलो सच। जे वेखा नहीं ते अगले नु ना कहो आद सच जुगाद सच है भी सच नानक होसी भी सच। पहले लोड़ है गुरबाणी गुरु जेड़ा भी मन बच्चा तन तन साहिब श्री गुरु ग्रंथ साहब महाराज जी दे कोल जाके बंदा गुरबाणी गुरु उन्नू ही बिठांदी आ, खुद उहदे आप दी गल करदी आ। ਉਹ ਉਹਨੂੰ ਆਹ ਤਾਂ ਕਹਿੰਦੀ ਨਹੀਂ ਕਿ ਆਪ ਦੀ ਰਸਨਾ ਦੇ ਰਾਹੀਂ ਅੱਗੇ ਜਿਹੜੇ ਬੈਠੇ ਹੈ ਉਹਨਾਂ ਨੂੰ ਕਹਿ ਦੇ, ਉਹਨਾਂ ਨੂੰ ਤਾਂ ਜਦ ਕਹਿ ਜਦ ਤੈਨੂੰ ਦੇਖ ਲਿਆ ਹੋ, ਉਹਨਾਂ ਨੂੰ ਜਦ ਕਹਿ ਜਦ ਤੈਨੂੰ ਸੁਣ ਲਿਆ ਹੋ, ਤੈਨੂੰ ਤਾਂ ਦੇਖਾ ਨਹੀਂ, ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਨਹੀਂ ਕਹਿਣਾ कि हैगा जी, और हमेशा रहूगा। ऐसे लिए तो बहुत बड़ा कॉन्फिडेंस होना चाहिए कि मालिक हमेशा रो थिर है, थिर था, थिर रहूगा। जे देखा ही नहीं तो इन्नी इन्नी निक्की जी अवस्था दे विच बैठ के तू किद्दां गुरु नानक देव महाराज जी दी अवस्था दे विच जाके, अवस्था है गुरु नानक देव महाराज जी दी, वो गुरु नानक देव महाराज जी आप दी अवस्था दे विच बैठे हुए देख के मालिक नू कहे भी जेड़ा सच है ना वो थिर है, थिर था, थिर रहूगा। वो तो आप दी अवस्था ते मेरे पास वो क्वालिफिकेशन तो है नहीं, मेरी वो अवस्था तो है नहीं, ते मैं भी उन्हां दी करवट दे विच उन्हां दी थां तो मालिक सच है, सच था, सच रहूगा। ਇਹਦਾ मतलब मैं झूठ बोल रहा, समझ रहे ना आप? ਇਹ ਆਪਾਂ ਨੂੰ ਦੱਸ ਰਹੀ ਹੈ ਗੁਰਬਾਣੀ ਗੁਰੂ, ਜਿੰਨਾ ਕੁ ਤੂੰ ਚੱਲ ਲਿਆ, ਜਿੰਨਾ ਕੁ ਤੈਨੇ ਪਾ ਲਿਆ, ਉਨਾ ਕੀ ਬੋਲ, ਅੱਗੇ ਨਾ ਬੋਲੀ। जितना तू अगे बोलेगा वो तीर तुक्के लाएगा, और वो तू आप भी डूब जाएगा ते तेरे नाल वाले भी डूब जाएंगे। जिन्हों आप नू नहीं रस्ता पता, गुरबाणी गुरु कह रही अनाड़ी संत ਆਪਾਂ ਨੂੰ ਭੇਜ ਦਿਆ ਗਿਆ ਗੁਰਬਾਣੀ ਗੁਰੂ ਦੇ ਵਿੱਚੋਂ, ਕਹਿੰਦੇ ਜਿਹੜਾ ਨਾਮ ਦਾ ਭੇਦ ਹੈ ਉਹ ਸੰਤ ਦੇंगे, ਸੰਤਾਂ ਦੇ ਕੋਲ ਜਾਣਾ। ਅਨਹਦ ਬਾਣੀ ਕੁੰਜੀ ਸੰਤਨ ਹੱਥ ਰੱਖੀ, ਅਨਹਦ ਬਾਣੀ ਪੂੰਜੀ ਸੰਤ ਹੱਥ ਰੱਖੀ ਕੁੰਜੀ, ਕਹਿੰਦੇ ਉਹ ਸੰਤ ਤੁਹਾਨੂੰ ਦੇ ਅਨਹਦ ਬਾਣੀ ਦਾ ਭੇਦ, ਉਹਨਾਂ ਦੇ ਕੋਲ ਜਾਣਾ। ਆਪਾਂ ਨੂੰ ਗੁਰਬਾਣੀ ਗੁਰੂ ਕਹਿ ਰਹੀ ਹੈ ਸੰਤਾਂ ਦੇ ਕੋਲ ਜਾਓ, ਸਾਧ ਦੇ ਕੋਲ ਜਾਓ, ਸਹਿਜ ਦਾ ਭੇਦ ਦੇਵੇ, ਗੁਰਮੁਖ ਦੇ ਕੋਲ ਜਾਓ, ਮਾਲਿਕ ਦੇ ਦਰ ਦਾ ਭੇਦ ਦੇਵੇ।
ਅਕਾਲ ਪੁਰਖ ਪਰਮਾਤਮਾ ਜੀ ਦਾ ਭੇਦ ਦੇਵੇ, ਗੁਰਮੁਖ ਦੇ ਕੋਲ ਜਾਓ। ਲੇਕਿਨ ਪਹਿਚਾਨ ਤਾਂ ਕਰ ਲਓ ਪਹਿਲਾਂ। ਪਹਿਚਾਨ ਕਿੱਦਾਂ ਕਰਨੀ ਹੈ? ਪਹਿਚਾਨ ਕਰਨੀ ਹੈ ਗੁਰਬਾਣੀ ਗੁਰੂ ਦੇ ਵਿੱਚੋਂ। ਗੁਰਬਾਣੀ ਗੁਰੂ ਤੋਂ ਜੇ ਮੈਚ ਨਹੀਂ ਕਰਦਾ ਤਾਂ ਫੇਰ ਨਹੀਂ ਉਹਦੇ ਪਿੱਛੇ ਚੱਲਣਾ। ਉसी पल उसी सेकंड स्टॉप ला दो, क्योंकि साड़ा जो स्वासा रूपी धन है यह बहुत अनमोल है। ਇਹਨੂੰ ਐਵੇਂ ਹੀ ਨਹੀਂ ਗਵਾਣਾ। ਇਹ ਵਾਹਿਗੁਰੂ ਬਹੁਤ ਲੰਬੇ ਅਰਸੇ ਤੋਂ ਬਾਅਦ ਸਾਨੂੰ ਆ ਮਿਲਾ ਹੈ। ਇਹ ਤਾਂ ਬੜੀ ਸਾਡੇ ਲਈ ਅਨਮੋਲ ਪੂੰਜੀ ਹੈ। ਇਹਨੂੰ ਇੱਕ ਇੱਕ ਪੈਰ ਬੜਾ ਸੋਚ ਸਮਝ ਕੇ ਰੱਖਣਾ ਹੈ। ਐਵੇਂ ਨਹੀਂ ਕਿਸੇ ਦੇ ਪਿੱਛੇ ਲੱਗ ਜਾਣਾ। ਸਮਝ ਰਹੇ ਨਾ ਆਪਾਂ? ਨਾਲ ਆਪਣੇ ਗੁਰਬਾਣੀ ਗੁਰੂ ਨੂੰ ਰੱਖਣਾ। ਖੋਜਣ ਨਿਕਲੇ ਹੈ ਨਾ ਆਪਾਂ, ਨਾਲ ਰੱਖਣਾ। ਤੇ ਜਿਹੜਾ ਵੀ ਸਾਡਾ ਮਾਰਗਦਰਸ਼ਨ ਗੁਰਬਾਣੀ ਗੁਰੂ ਨੂੰ ਖੋਲਣਾ, ਵਿੱਚੋਂ ਮੈਚ ਕਰ ਲੈਣਾ। ਠੀਕ ਆ, ਗੁਰਬਾਣੀ ਗੁਰੂ ਦੇ ਵਿੱਚੋਂ ਹੀ ਹੈ ਨਾ? ਠੀਕ ਹੈ ਜੀ, ਦੱਸੋ ਵਾਹਿਗੁਰੂ। ਫਿਰ ਉਸ ਤੋਂ ਅੱਗੇ ਕਹਿੰਦੀ ਹੈ ਗੁਰਬਾਣੀ ਗੁਰੂ, ਕੀ ਕਹਿੰਦੀ ਆ? ਆਪ ਕਰ। ਗੁਰਬਾਣੀ ਗੁਰੂ ਕੀ ਕਹਿ ਰਹੀ ਆ? ਸਿਮਰੋ ਸਿਮਰ ਸਿਮਰ ਸੁਖ ਪਾਓ। ऊ है वो ऊ, ਪਾਓ ਨਹੀਂ ਹੈ, ਉਹ ਹੈ। ਦੂਜਿਆਂ ਨੂੰ ਨਹੀਂ ਕਹਿ ਰਹੀ ਗੁਰਬਾਣੀ ਗੁਰੂ ਕਿ ਤੁਸੀਂ ਸੁਖ ਪਾ ਲਓ। ਮਨ ਤੋਂ ਕਹਿ ਰਹੀ ਹੈ ऊ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੀ ਮਿਟਾਓ। ਆਪ ਨੂੰ ਕਹਿ ਰਹੀ ਵੀ ਕਲੇਸ਼ ਹੋ ਗਿਆ ਨਾ, ਮਾਲਿਕ ਤੋਂ ਮਿਲਾਪ ਚਾਹਨਾ ਹੈ ਨਾ, ਤਾਂ ਤੂੰ ਸਿਮਰਨ ਕਰ। ਠੀਕ ਹੈ, ਸਤ ਸਤ ਮੰਨਿਆ ਆਪਾਂ ਸਿਮਰਨ ਕਰਨ ਲਗੇ। ਚਲਦੇ ਗਏ ਆਪਣੇ ਵਿਚਾਰ ਆਏ ਵੀ ਚੱਲਿਆ ਨਹੀਂ ਜਾਂਦਾ ਵਾਹਿਗੁਰੂ, ਸਿਮਰਨ ਤਾਂ ਹੁੰਦਾ ਹੀ ਨਹੀਂ, ਤੇ ਫੇਰ ਕੀ ਕਰਾਂ? ਫਿਰ ਆਪਾਂ ਨੂੰ ਦੱਸਣੇ ਵੀ ਏਦਾਂ ਕਰ, ਜਦੋਂ ਰਜੋ ਤਮੋ ਹਟਾ ਤੋਂ ਖੇਲ ਜਾਣਾ ਹੈ ਤੇ ਇਹਨਾਂ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦੇ। ਕਿਉਂਕਿ ਜਿਹੜਾ ਤੇਰੇ ਘਰ ਦੇ ਵਿੱਚ ਪਹਿਲਾ ਕੂੜ ਇਕੱਠਾ ਹੋਇਆ ਹੈ, ਪਹਿਲੇ ਤਾਂ ਤੈਨੂੰ ਉਹਨੂੰ ਹੀ ਸਾਫ਼ ਕਰਨਾ ਪੜੂਗਾ। ਜੇ ਨਾਲ ਦੇ ਨਾਲ ਤੂੰ ਹੋਰ ਵੀ ਵੱਧ ਉਹਦੀ ਹੀ ਦਿਹਾੜੀ ਲਾਉਂਦਾ ਰਹੇਗਾ ਤੇ ਉਹ ਤੇਰਾ ਘਟੂਗਾ ਨਹੀਂ। ਇਸ ਕਰਕੇ ਨਾਲ ਨਾਲ ਏਦਾਂ ਕਰ, ਰੋਜ਼ ਦੀ ਜਿਹੜੀ ਤੂੰ ਕੂੜ ਦੀ ਕਮਾਈ ਕਰਦਾ ਉਹਨੂੰ ਤਾਂ ਬ੍ਰੇਕਾਂ ਲਾ ਦੇ, ਤੇ ਜਿਹੜਾ ਤੈਨੂੰ ਕੂੜ ਇਕੱਠਾ ਹੋਇਆ, ਜਿਹੜੀ ਤੈਨੂੰ ਮੈਲ ਲੱਗੀ ਹੋਈ ਆ, ਉਹਨੂੰ ਉਹਦੇ ਲਈ ਰੋਜ਼ ਰੋਜ਼ ਸਿਮਰਨ ਅਭਿਆਸ ਕਰ। ਤੇ ਜਪੀਏ ਸਾਸ ਗ੍ਰਾਹਾ ਹੈ। ਨਿਤ ਜਪ ਕਿੱਦਾਂ? ਸਾਸ ਗ੍ਰਾਸ ਜਪ, ਤਾਂ ਕਿ ਲੱਗੀ ਹੋਈ ਮੈਲ ਸਾਫ਼ ਹੋ ਜਾਵੇ। ਤੇ ਅੱਗੇ ਦਾ ਧਿਆਨ ਰੱਖਣਾ ਨਾਲ ਦੇ ਨਾਲ ਵੀ, ਨਾਲ ਦੇ ਨਾਲ ਨਾ ਹੋਰ ਇਕੱਠਾ ਹੋਈ ਜਾਵੇ। ਇਹ ਆਪਾਂ ਨੂੰ ਜੀਵਨ ਦੀ ਜਾਚ ਸਿਖਾ ਰਹੇ ਕਿ ਨਾਲ ਦੇ ਨਾਲ ਪਰਹੇਜ਼ ਵੀ ਰੱਖ। ਜੇ ਦਵਾ ਲੈਣ ਗੁਰਬਾਣੀ ਗੁਰੂ ਦੇ ਕੋਲ ਜਾਣਾ ਹੈ ਤੇ ਨਾਲ ਦੇ ਨਾਲ ਗੁਰਬਾਣੀ ਗੁਰੂ ਆਪਾਂ ਪਰਹੇਜ਼ ਵੀ ਦੱਸਦੀ ਆ ਵੀ ਪਰਾਏ ਤੋਂ ਕਿਸੇ ਤੋਂ ਵੀ, ਪਰਾਇਆ ਕਿਹਨੂੰ ਕਿਹਾ ਗਿਆ? ਜਿਹੜਾ ਦੂਜਾ ਆਕਾਰ ਹੈ, ਦੂਜਾ ਕੋਈ ਮਨ ਬੱਚਾ ਹੈ, ਉਸ ਤੋਂ ਵੈਰ ਵਿਰੋਧ ਈਰਸਿਆ ਨਫ਼ਰਤ ਨਿੰਦਾ ਚੁਗਲੀ ਕਰਨਾ ਛੁੱਟ ਦੇ। ਛੁੱਟ। ਫਿਰ ਆ ਬੈਠ ਗਿਆ ਵਿਰਾਗ ਕਰਨ ਕਿ ਆ ਮੈਥੋਂ ਹੁੰਦਾ ਹੀ ਨਹੀਂ। ਇਹ ਕਹਾਣੀ ਹੈ ਮਨ ਬੱਚੇ ਦੀ ਵਾਹਿਗੁਰੂ ਕਹਿੰਦਾ, ਧਨ ਪਰਤਨ ਪਰ ਅਪਵਾਦ ਨਾ ਛੂਟੈ ਗੋਬਿੰਦ ਹਮ ਐਸੇ ਅਪਰਾਧੀ। ਤੇ ਕਹਿੰਦੇ ਫਿਰ ਕੀ ਕਰਨਾ? ਕਹਿੰਦੇ ਸੰਗਤ ਕਰ। ਜਦੋਂ ਸੰਗਤ ਦੇ ਵਿੱਚ ਜਾਏਗਾ ਤੇਰੇ ਅੰਦਰ ਅਵਗੁਣ ਜਿਹੜੇ ਆਪ ਦੇ ਵਿੱਚ ਹੈ ਉਹ ਗੁਣਾਂ ਦੇ ਵਿੱਚ ਬਦਲਨੇ ਸ਼ੁਰੂ ਹੋ ਜਾਏंगे। ਰਮਈਆ ਚੇਤ ਪਰਾਨੀ ਕਵਨ ਮੂਲ ਤੇ ਕਵਲ ਦ੍ਰਿਸ਼ਟਾਨੀ। ਸੰਗਤ ਕਰਨੀ ਕਿਉਂ ਜ਼ਰੂਰੀ ਆ? ਇਹ ਤਾਂ ਆਪਾਂ ਸਿੱਧਾ ਇੱਕ ਫੋਨ ਕਾਲ ਕਰਕੇ ਵੀ ਪੁੱਛ ਸਕਦੇ ਹਾਂ, ਵਾਹਿਗੁਰੂ ਵਾਹਿਗੁਰੂ ਗੁਰਮਨ ਕਿੱਦਾਂ ਕਰਨਾ ਹੈ ਜੀ? ਏਦਾਂ ਕਰਨਾ ਹੈ ਜੀ। ਸਿਰਫ 2-5 ਮਿੰਟ 10 ਮਿੰਟ ਦੀ ਵਿਚਾਰਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਕਰਨ ਦੀ ਜੁਗਤੀ ਵਿਧੀ ਆ ਗਈ। ਲੇਕਿਨ ਫੇਰ ਵੀ ਸੰਗਤ ਕਿਉਂ ਕਰਨੀ ਆ? ਉਹ ਇਸ ਕਰਕੇ ਕਰਨੀ ਆ ਕਿ ਜਿਹੜੀ ਇਹਨੂੰ ਲੱਗੀ ਹੋਈ ਮੈਲ, ਜਿਹੜੀ ਇਹਨੂੰ ਲੱਗੀ ਹੋਈ ਹਉਮੈ ਹੈ, ਉਹ ਸੰਗਤ ਦੇ ਵਿੱਚੋਂ ਆ ਕੇ ਹੀ ਟੁੱਟੂਗੀ। ਏਦਾਂ ਨਹੀਂ ਟੁੱਟਣੀ ਦੀ। ਸੰਗਤ ਦੇ ਵਿੱਚੋਂ ਜਿਹੜਾ ਇਹਦਾ ਮੂਲ ਹੈ ਅਕਾਲ ਪੁਰਖ ਪਰਮਾਤਮਾ, ਉਹ ਗੁਣਾਂ ਦਾ ਗਾਇਨ ਕੀਤਾ ਜਾਊਗਾ।
ਉਹਦੇ ਨਾਮ ਦੀ ਵਡਿਆਈ ਕੀਤੀ ਜਾਊਗੀ, ਉਸਤਤ ਕਰੀ ਜਾਊਗੀ ਉਹਦੇ ਨਾਮ ਦੀ। ਫੇਰ ਆ ਮਨ ਬੱਚੇ ਦਾ ਜਿਹੜਾ ਇੱਕ ਪਰਦਾ ਪਿਆ ਹੋਇਆ ਹੈ ਉਹ ਚੱਕਿਆ ਜਾਊਗਾ ਕਿ ਮੈਂ ਤਾਂ ਝੂਠ ਦੇ ਵਿੱਚ ਵਿਚਰ ਰਿਹਾ ਥਾ, ਝੂਠ ਤੋਂ ਮੋਹ ਕਰਕੇ ਬੈਠਾ ਥਾ, ਮੈਂ ਤਾਂ ਬੰਦੀ ਖਾਨੇ ਦੇ ਵਿੱਚ ਕੈਦ ਹਾਂ, ਮੈਨੂੰ ਨਿਕਲਣ ਦੀਆਂ ਜੁਗਤੀਆਂ ਵਿਧੀਆਂ ਦੱਸੋ। और फिर ਵੈਰਾਗ ਕਰੂਗਾ ਕਿ ਮੈਂ ਦੁਖੀ ਹਾਂ, ਉਸ ਇਲਾਕੇ ਦੇ ਵਿੱਚੋਂ ਮੈਂ ਨਹੀਂ ਰਹਿਣਾ ਚਾਹੁੰਦਾ। ਫਿਰ ਸੰਗਤ ਦੇ ਵਿੱਚੋਂ ਇਹਨੂੰ ਨਾਮ ਦਾ ਭੇਦ ਆਊਗਾ, ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਭੇਦ ਆਊਗਾ ਸੰਗਤ ਦੇ ਵਿੱਚੋਂ। ਕਹਿੰਦੇ ਸਾਧ ਸੰਗਤ ਐਸੀ ਜਾਣੀਏ ਹੈ, ਏਕੋ ਨਾਮ ਵਖਾਣੀਏ। ਸੰਗਤ ਦੇ ਵਿੱਚ ਆ ਕੇ ਫਿਰ ਇਹਨੇ ਮਨ ਦੀ ਜਿਹੜੀ ਹਉਮੈ ਹੈ ਉਹ ਧੀਰੇ 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 ਟੁੱਟਣੀ ਸ਼ੁਰੂ ਹੋ ਜਾਊਗੀ। ਲੇਕਿਨ ਕਾਲ ਨੇ ਸੰਗਤ ਦੇ ਵਿੱਚੋਂ ਬਹੁਤ ਟਾਵੇਂ ਟਾਵੇਂ ਹੋਏਗੇ, ਧੁਰ ਦੇ ਲੇਖੇ ਲੈ ਕੇ ਆਏ ਹੋਏਗੇ ਜਿਹੜੇ ਸੰਗਤ ਦੇ ਵਿੱਚੋਂ ਬੈਠेंगे। ਗੁਰਮੁਖ ਪਿਆਰਿਓ, ਸਾਰੇ ਹੀ ਗੁਰਮੁਖ ਜਿੰਨੇ ਵੀ ਆਪਾਂ ਬੈਠੇ ਸਾਰਿਆਂ ਦਾ ਹੀ ਬੜਾ ਅਨਮੋਲ ਖਜ਼ਾਨਾ ਹੈ ਸਵਾਸਾ ਰੂਪੀ ਦਾ। ਜੇ ਭਰੋਸੇ ਨਾਲ ਆਪਾਂ ਇਕੱਠੇ ਹੁੰਨੇ ਆ, ਬੜਾ ਭਰੋਸਾ ਕਰਦੇ ਹਾਂ ਆਪਾਂ, ਉਸ ਭਰੋਸੇ ਦੀ ਰਿਸਪੈਕਟ ਕਰਦੇ ਹੋਇਆ, ਸਾਰੇ ਹੀ ਆਪਣੇ ਭੈਣ ਭਰਾਵਾਂ ਦੀ ਰਿਸਪੈਕਟ ਕਰਦੇ ਹੋਇਆ ਅਸੀਂ ਇੱਕ ਵਿਚਾਰ ਸਾਂਝੀ ਕਰਦੇ ਆਪਣੇ ਪਰਿਵਾਰ ਦੇ ਵਿੱਚੋਂ ਕਿ ਤਰਕ ਕਰਨਾ ਨਹੀਂ ਭੁੱਲਣਾ। ਸਵਾਸਾ ਰੂਪੀ ਧਨ ਬਹੁਤ ਅਨਮੋਲ ਹੈ। ਗੁਰਬਾਣੀ ਗੁਰੂ ਦੇ ਰਾਹੀਂ ਤਰਕ ਕਰਨਾ ਨਹੀਂ ਭੁੱਲਣਾ। ਸੰਗਤ ਦੀ ਵੀ ਪਹਿਚਾਨ ਕਰੋ ਕਿ ਸੰਗਤ ਦੇ ਵਿੱਚੋਂ ਹੀ ਬੈਠੇ ਹੈ ਜਾਂ ਕਿਸੇ ਦੂਜੀ ਥਾਂ ਤੋਂ ਤਾਂ ਨਹੀਂ ਆ ਗਏ। ਕਿ ਜਿਹੜਾ ਗਿਆਨ ਅਸੀਂ ਦ੍ਰਿੜ ਕਰ ਰਹੇ ਹੈ ਉਹ ਠੀਕ ਆ ਜਾਂ ਠੀਕ ਨਹੀਂ ਹੈ, ਉਹਦੇ ਲਈ ਆਪਾਂ ਪ੍ਰੈਕਟੀਕਲ ਕਰੋ। ਵਾਹਿਗੁਰੂ ਗੁਰਬਾਣੀ ਗੁਰੂ ਦਾ ਓਟ ਆਸਰਾ ਲੈਂਦੇ ਹੋਇਆ, ਜੇ ਮਹਾਰਾਜ ਆਪਾਂ ਨੂੰ ਦੱਸਦੇ ਲੱਗੀ ਹੋਈ ਮੈਲ ਨੂੰ ਸਿਮਰਨ ਦੇ ਰਾਹੀਂ ਸਾਫ਼ ਕਰਿਆ ਜਾ ਸਕਦਾ ਹੈ ਤੇ ਆਪਾਂ ਸਿਮਰਨ ਕਰਨਾ ਹੈ। ਫਿਰ ਅੱਗੇ ਆਪਾਂ ਨੂੰ ਦੱਸ ਰਹੇ ਹੈ ਕਿ ਜਦੋਂ ਤੁਸੀਂ ਵਿਚਾਰ ਰਹਿਤ ਹੋਗੇ, ਜੇ ਲੱਗੀ ਹੋਈ ਮੈਲ ਤੋਂ ਮਨ ਰਹਿਤ ਹੋਊਗਾ, ਫਿਰ ਨਾਮ ਪ੍ਰਗਟ ਹੋਊਗਾ। ਲੇਕਿਨ ਵਾਹਿਗੁਰੂ ਗਿਆਨ ਆਪਣੀ ਜਗ੍ਹਾ ਹੈ, ਜੁਗਤੀਆਂ ਵਿਧੀਆਂ ਆਪਣੀ ਜਗ੍ਹਾ ਹੈ, ਲੇਕਿਨ ਵਿੱਚੋਂ ਤੜਫ, ਵਿਰਾਗ, ਵਿਛੋੜੇ ਦਾ ਦੁੱਖ, ਮਾਲਿਕ ਤੋਂ ਪ੍ਰੇਮ, ਭਰੋਸਾ, ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚੋਂ ਹੋਣੀ ਚਾਹੀਦੀਆਂ ਹਨ। ਜੇ ਮਨ ਬੱਚਾ ਸ਼ੰਕਾ ਕਰਦਾ ਹੈ, ਤਰਕ ਇੱਕ ਵੱਖਰੀ ਚੀਜ਼ ਹੁੰਦੀ ਹੈ, ਸ਼ੰਕਾ ਇੱਕ ਵੱਖਰੀ ਚੀਜ਼ ਹੁੰਦੀ ਹੈ। ਡਾਊਟ ਦੇ ਵਿੱਚ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਦਾ। ਜੇ ਸਿਮਰਨ ਨੂੰ ਆਪਾਂ ਨੂੰ ਬੋਲ ਦਿਆ ਤੇ ਆਪਾਂ ਨੇ ਕਹਿਣਾ ਕਿ ਸਿਮਰਨ, ਜੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਕਹਿ ਰਹੇ ਕਿ ਸਿਮਰਨ ਤੋਂ ਮਨ ਦੀ ਮੈਲ ਲਾਈ ਜਾਣੀ ਹੈ, ਸਾਫ਼ ਮਨ ਹੋ ਹੀ ਜਾਊਗਾ ਤੇ ਫਿਰ ਆਪਾਂ ਨੂੰ ਕੋਈ ਤਰਕ ਨਹੀਂ ਕਰਨਾ, ਫਿਰ ਕੇਵਲ ਸਿਮਰਨ ਕਰਨਾ। ਬਾਰੰਬਾਰ ਵਾਰ ਪ੍ਰਭ ਜਪੀਏ, ਸਾਨੂੰ ਕਿਹਾ ਵੀ ਜਪੋ, ਜਪੀ ਜਾਓ। ਜਿੱਦਾਂ ਜਿੱਦਾਂ ਉਹ ਆਪਾਂ ਨੂੰ ਆਖੀ ਦੇ ਵਿਚਾਰ, ਉਦਾਂ ਉਦਾਂ ਬਸ ਆਪਾਂ ਚਲੀ ਜਾਓ, ਸਤ ਸਤ ਕਰਕੇ ਮੰਨ ਕੇ ਚਲੀ ਜਾਓ। ਉਸ ਤੋਂ ਬਾਅਦ ਜਦੋਂ ਨਾਮ ਪ੍ਰਗਟ ਹੋ ਗਿਆ, ਫਿਰ ਆਪਾਂ ਨੂੰ ਉਹ ਬਚਨ ਕਰਦੇ ਵੀ ਨਾਮ ਨੂੰ ਸੁਣਨ ਦੇ ਲਈ ਥਿਰ ਘਰ ਤੋਂ ਬੈਠੋ। ਥਿਰ ਘਰ ਤੋਂ ਬੈਠਣ ਦੀ ਆਪਾਂ ਨੂੰ ਉਹਨਾਂ ਨੇ ਜੁਗਤੀ ਵਿਧੀ ਦੱਸੀ ਹੋਈ ਆ। ਗੁਰਮੁਖ ਪਿਆਰਿਓ, ਜਿਹੜੀਆਂ ਜੁਗਤੀਆਂ ਵਿਧੀਆਂ ਆਪਾਂ ਅਪਣਾਉਂਦੇ ਹੈ, ਵਾਹਿਗੁਰੂ ਇਹਨਾਂ ਨੂੰ ਬਰੀਕੀ ਦੇ ਨਾਲ ਸਮਝ ਲਓ। ਆਪਾਂ ਸਿਮਰਨ ਦੇ ਰਾਹੀਂ ਜੁਗਤੀ ਵਿਧੀ ਅਪਣਾਉਂਦੇ ਵੀ ਆਪਾਂ ਵਾਹਿ ਸ਼ਬਦ ਅੰਦਰ ਲੈ ਕੇ ਜਾਣਾ, ਨਾਭੀ ਤੋਂ ਥੋੜਾ ਜਿਹਾ ਰੋਕ ਲੈਣਾ, ਫਿਰ ਗੁਰੂ ਸ਼ਬਦ ਦੇ ਰਾਹੀਂ ਬਾਹਰ ਨੂੰ ਛੁੱਟ ਦੇਣਾ, ਸਿਲੋ ਸਿਲੋ ਕਰਕੇ। ਗੁਰਮੁਖੋ, ਆਪ ਦੇ ਆਪੇ ਨੂੰ ਇਹ ਅਸੀਂ ਦ੍ਰਿਸ਼ਟਮਾਨ ਉਦਾਹਰਣ ਦੇਂਗੇ। ਜਿੱਦਾਂ ਅਸੀਂ ਉਦਾਹਰਣ ਦਿੰਦੇ ਹਾਂ, ਮਾਈਂਡ ਨੂੰ ਕਿਸ ਅਵਸਥਾ 'ਚ ਲੈ ਕੇ ਜਾਣਾ ਹੁੰਦਾ ਹੈ, ਅਸੀਂ ਦੱਸਦੇ ਹਾਂ। ਮਾਈਂਡ ਨੂੰ ਉਸ ਅਵਸਥਾ 'ਚ ਲੈ ਕੇ ਜਾਣਾ ਹੁੰਦਾ ਜਿੱਦਾਂ ਕਈ ਵਾਰ ਆਪਾਂ ਕਹਿੰਦੇ ਨਾ ਆਪਣਾ ਹੱਥ ਹੈ, ਸਮਝਣਾ ਸਾਰੇ ਆਪਾਂ, ਸਾਡਾ ਹੱਥ ਹੈ,
ਇਹ ਸਾਡਾ ਹੱਥ ਬੜਾ ਇੱਕਦਮ ਐਕਟਿਵ ਹੈ ਨਾ। ਉਂਗਲਾਂ ਇੱਕਦਮ ਐਸਾ ਕੰਮ ਕਰੇ। ਸਾਥੀ ਕੋਈ ਕਹੇ ਹੱਥ ਨੂੰ ਢਿੱਲਾ ਛੱਡੀ, ਨੀਚੇ ਹੱਥ ਝੁਕ ਜਾਊਗਾ, ਲਟਕ ਗਿਆ ਨਾ। ਸਮਝਣਾ ਸੀ, ਇਹ ਹੱਥ ਹੈ ਸਾਡਾ, ਪ੍ਰੈਕਟੀਕਲ ਕਰਕੇ ਦੇਖਣਾ ਹੈ। ਮਨ ਨੂੰ ਇਹ ਅਵਸਥਾ ਚ ਲੈ ਜਾਣਾ ਹੈ ਜਦੋਂ ਨਾਮ ਦੇ ਵਿੱਚੋਂ ਧਿਆਨ ਲੈ ਕੇ ਜਾਣਾ ਹੁੰਦਾ ਹੈ, ਨਾਮ ਦੇ ਵਿੱਚੋਂ ਆਪਣੇ ਆਪ ਨੂੰ ਲੈ ਕੇ ਜਾਣਾ ਹੁੰਦਾ ਹੈ, ਤੇ ਇਸ ਆ ਵਿਧੀ ਅਪਣਾਣੀ ਹੁੰਦੀ ਹੈ। ਸਮਝ ਰਹੇ ਨਾ ਆਪਾਂ। ਇੱਕ ਹੁੰਦਾ ਕਿ ਮੇਰੀ ਬੋਡੀ ਐਕਟਿਵ ਹੈ, ਮੇਰਾ ਹੱਥ ਹੈ ਬੜਾ ਐਕਟਿਵ ਹੈ, ਏਦਾਂ ਪੂਰਾ ਏਦਾਂ ਹਨਾ। ਫਿਰ ਕਿਸੇ ਨੇ ਮੈਨੂੰ ਕਿਹਾ ਇਹਨੂੰ ਹੱਥ ਨੂੰ ਬਿਲਕੁਲ ਢਿੱਲਾ ਛੱਡ ਦੋ, ढीला छड़ दिया, नीचे लटक जाऊगा हथ ऐदा, जैसे इस च जान ही नहीं है। सेम आही करना हुंदा है। मन नू एक्टिव नहीं रखना उस टाइम, समझ रहे ना आप। मन नू एक्टिव नहीं रखना। एक्टिव कदों हुंदा मन, जदों ज्ञानेंद्रिया कर्म इंद्रियां तो कम लऊगा, ते ਉਹਦੀਆਂ ज्ञानेंद्रिया कर्म इंद्रियां एकदम एक्टिव होएगा। जे वो अखां नू कम दे ते अखां ऐ ही तकदियां रहेंगियां। जे वो ਇਹ किसी भी बॉडी के पार्ट ਨੂੰ ਕੰਮ ਦੂਗੀ ਤੇ ਗਿਆਨ ਇੰਦਰੀ ਕਰਮ ਇੰਦਰੀ ਅਲਰਟ ਹੋ ਜਾਊਗੀ। ਸਮਝ ਰਹੇ ਆਪਾਂ ਬਰੀਕੀ ਕੀ ਦੱਸ ਰਹੇ ਸੀ। ਜਦੋਂ ਆਪਾਂ ਧਿਆਨ 'ਚ ਬੈਠਦੇ ਅਸੀਂ ਮਨ ਬੱਚੇ ਨੂੰ ਸਾਇਲੈਂਟ ਕਰਨ ਤੋਂ ਇਲਾਵਾ, ਜਿੱਦਾਂ ਆਪਾਂ ਕਹਿੰਦੇ ਸਰੈਂਡਰ ਕਰ ਦੋ, ਕੁਝ ਨਹੀਂ ਕਰਨਾ, ਹੱਥ ਖੜੇ ਕਰ ਦੋ, ਉਹ ਕਰਨੇ ਦੀ ਬਜਾਏ ਅਸੀਂ ਔਰ ਉਹਨੂੰ ਵੱਧ ਕੰਮ ਲਾ ਦਿੰਦੇ। ਇਹ ਹੁੰਦਾ ਹੈ ਉੱਥੇ ਕਾਲ ਸ਼ਰਾਰਤ ਕਰਦਾ ਹੈ। ਵੱਧ ਕੰਮ ਕੀ ਲਾ ਦਿੰਦੇ ਪਤਾ ਆਪਾਂ ਬਰੀਕੀ ਦੇ ਵਿੱਚ। ਗਿੱਚੀ ਦੇ ਪਿੱਛੇ ਧਿਆਨ ਲੈ ਕੇ ਜਾ, ਉਹ ਤਾਂ ਸਾਰੀ ਬੋਡੀ ਉਹਦੀ ਅਲਰਟ ਹੋ ਗਈ, ਐ ਹੋ ਗਈ, ਸਟਿਕ ਹੋ ਗਈ। ਉਹ ਕਹ ਰਹੇ ਬੋਡੀ ਨੂੰ ਤਾਂ ਐਦਾਂ ਛੱਡ ਦੇ, ਤੂੰ ਨਹੀਂ ਹੈ ਬੋਡੀ 'ਚ, ਸਮਝ, ਤੂੰ ਨਹੀਂ ਹੈ ਬੋਡੀ 'ਚ, ਇਹਨੂੰ ਐਦਾਂ ਛੱਡ ਦੇ, ਤੂੰ ਹੈ ਹੀ ਨਹੀਂ। ਅੰਦਰ ਤੋਂ ਛੁੱਟ ਕੇ ਦੇਖ, ਲੇਕਿਨ ਨਹੀਂ ਛੱਡ ਰਿਹਾ। ਨੇਤਰਾਂ ਦੇ ਸਾਹਮਣੇ ਦੇਖੀ ਚੱਲ, ਨੇਤਰ ਤਾਂ ਐ ਬਿਲਕੁਲ हार्ड होए पे हैं, एकदम स्टिक होए पड़े हैं, सामने ही देख रहे हैं, पलका बंद है, बंद पलका दे राही नेत्र अगे देख रहे हैं। ते कहने फिर बाद नू काल चक्कर पा देता वाहिगुरु, नेत्र खुलदे ही नहीं, हत्था तो खोलने पैने। एक काल दी शरारत। वाहिगुरु जो नाम सिमरन करने पैने हैं, जो असी अनहद शब्द सुनने पैने हैं, ते साढ़े लत्तां पेन करन लगियां। रीजन की है कि ਅਸੀਂ ਆਪਣੀ ਗਿਆਨ ਇੰਦਰੀਆ ਕਰਮ ਇੰਦਰੀਆਂ ਨੂੰ ਕਾਲ ਚੱਕਰ ਪਾ ਦਿੰਦਾ, ਵੱਧ ਲੋਡ ਪਾ ਦਿੰਦੇ ਉਹਨਾਂ ਤੋਂ। ਲੋਡ ਬੋਡੀ ਨੂੰ ਐ ਸਟਿਕ ਕਰਕੇ ਬਹਿ ਜਾਏਗੇ ਧਿਆਨ 'ਚ। ਧਿਆਨ ਕਿਹਾ ਕਿਹਨੂੰ ਗਿਆ ਹੈ, ਬੋਡੀ ਦੇ ਵਿੱਚੋਂ ਕੱਢ ਕੇ ਮੇਨ ਇੱਕ ਜਗ੍ਹਾ ਫੋਕਸ ਕਰ ਦੇਣਾ। ਫੋਕਸ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਹੈ, ਤੁਸੀਂ ਕੇਵਲ ਅੰਦਰ ਤੇ ਆਪਣਾ ਲਿੰਕ ਤੋੜੋ, ਫੋਕਸ ਆਪਣੇ ਆਪ ਹੋਊਗਾ। ਤੁਸੀਂ ਕੁਝ ਨਾ ਕਰੋ। ਮਨ ਨੂੰ ਕੀ ਕਿਹਾ ਹੈ ਪਤਾ, ਮਨ ਨੂੰ ਕਿਹਾ ਗਿਆ ਹੈ ਤੂੰ ਕੁਛ ਨਾ करे, आ कुछ ना कुछ कर रहा है। आ सदो गुड़ी हट तो विचरदे होया ज्ञान दे विचों बैठा होया जुगदियां विधियां ला रहा है। बॉडी दे विचों बैठा होया जुगदियां विधियां ला रहा है। काफी देर हो गई बैठे बैठे, देही तो बख ही नहीं होया। वो कहते तू कुछ ना करे, तू छुड़ दे, छुड़ के देख, छुड़ दे। अनहद शब्द अपने आप ही उच्ची हो जाएंगे। क्यों? क्योंकि तू फुरनिया दे विचों बाहर आ गया, तू तो कम कर रहा था, तू त्रै गुणा दे विचों कम कर रहा था कि मैं अभी तो सांस लेके जाऊंगा, फिर इन्हू रोकूंगा। तू तो कार्रवाई कर रहा था भवसागर दे विचों, ते तू उपर कितना जांदा? उपर जान तां जाएगा जद 9 दरां नू ठाकेगा। समझ रहे ना आपां की डुंगाई है ध्यान दे विच जाण दी, जो महाराज आपां नू दस रहे। कहने इंगला पिंगला और सुखमना, अगे शब्द की हैगा, पौड़े बंद रहाऊंगो। जदों मेरे साइड वाले रूम दे विचों कोई गल कर रहा हो, मैनूं उहदी गल सुननी हैगी आ, मैं बाहर हाँ, जदों मैं उधर अपना ध्यान लेके जाऊंगी ते मैं अपनी बॉडी तो अपना ध्यान बिल्कुल नहीं रख पाऊंगी। समझ रहे ना आप जेड़ी विचार असीं कर रहे, बॉडी नूं तो छड़ दो, उस अवस्था 'च जाना। ਅਸੀਂ ਕੀ ਕਰਦੇ हैं, बॉडी दे विचों बह के काल जिहड़ा चक्कर पाता है, बॉडी दे विचों बह के बॉडी दे ही पार्टां तो ध्यान ला रहे हुंदे हैं। खेड प्रेम दी है, लेकिन असीं विचों ज्ञान दे राही जुगदियां विधियां दा डुंगाई समझण दी कोशिश करनी है। आपां
ਪੁੱਛ ਗੁਰਬਾਣੀ ਗੁਰੂ ਦੇ ਵਿੱਚੋਂ ਹੀ ਰਹੇ ਹੈ, ਜਿਹੜੀ ਵਿੱਚੋਂ ਵਿੱਚ ਗੂੰਜੀ ਗੂੰਜ ਵਿੱਚੋਂ ਵਿੱਚ ਹੈ, ਉਹਨੂੰ ਆਪਾਂ ਕੋਸ਼ਿਸ਼ ਕਰ ਰਹੇ ਵੀ ਨਿਕਾਲਣ ਦੀ, ਵੀ ਵਿੱਚੋਂ ਕੀ ਹੈਗਾ। ਜੇ ਅਸੀਂ ਬਹਿੰਦੇ ਵੀ ਹੈ, ਅਸੀਂ ਸ਼ਬਦ ਵੀ ਸੁਣ ਰਹੇ ਹੈ, ਅਸੀਂ 2-2 ਘੰਟੇ ਚੌਕੜਾ ਮਾਰ ਕੇ ਬਹਿ ਗਏ, ਫੇਰ ਵੀ ਅਸੀਂ ਕਿਤੇ ਅੱਗੇ ਨਹੀਂ ਜਾ ਰਹੇ। ਉਹ ਇਸ ਕਰਕੇ ਕਿਉਂਕਿ ਕਾਲ ਨੇ ਥੱਲੇ ਹੀ ਚੱਕਰ ਪਾ ਦਿਆ, ਸਦੋਗੁਣੀ ਹਟ ਤੋਂ ਵਿਚਾਰਦੇ ਹੋਇਆ ਉਹਨੂੰ ਥੱਲੇ ਹੀ ਰੱਖ ਲਿਆ, ਪੌਣ ਰੂਪ ਉਹਨੂੰ ਹੋ ਨਹੀਂ ਦਿਆ, ਉਹਨੂੰ ਦੇਹੀ ਤੋਂ ਬਾਹਰ ਜਾਣ ਹੀ ਨਹੀਂ ਦਿਆ। ਉਹਦੀ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਹੀ ਮਨ ਕਾਲ ਕਰਮ ਕੰਮ ਲੈਂਦਾ ਰਿਹਾ, ਵੀ ਏਦਾਂ ਲਾ, ਏਦਾਂ ਪਿੱਛੇ ਢੋਲ ਆ ਕੇ ਬਹਿ, ਏਦਾਂ ਬਹਿ ਜਾ, ਹੁਣ ਸਾਹਮਣੇ ਦੇਖ, ਹੁਕਮ ਕਰ ਰਿਹਾ ਅੰਦਰ, ਸਾਹਮਣੇ ਦੇਖ, ਦੇਖਣ ਲਗਾ, ਹੁਣ ਏਦਾਂ ਕਰ, ਦੇਖਦਾ ਰਹਿ। ਦੇਖਣਾ ਤਾਂ ਕਿਹਾ ਹੀ ਨਹੀਂ, देखेगा तो जदों जब नेत्र खुलेंगे, जब ए दृष्टमान तेने नेत्र बंद कर ले तो सुखम नेत्र खुले चाहिए हैं, तेरे सुखम खुले नहीं, दृष्टमान तेने बंद कर ले तो तू देख किधर रहा है। ਇਹਦਾ ਮਤਲਬ ਤਾਂ ਮਹਾਰਾਜ ਕਹਿ ਰਹੇ ਜੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਈ, ਨਾਨਕ ਉਤਮ ਨੀਚ ਨਹੀਂ ਕੋਈ। ਤੂੰ ਤਾਂ ਜ਼ੋਰ ਲਾ ਰਿਹਾ ਆਪਣਾ, ਦੇਖ ਰਿਹਾ, ਏਦਾਂ ਦੇਖੀ ਜਾ ਰਿਹਾ, ਤੇਰੇ ਨਾੜਾਂ 'ਚ ਦਰਦ ਹੋਣ ਲੱਗਾ ਸਿਰ 'ਚ। ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚੋਂ ਮਾਲਿਕ ਨੂੰ ਦੇਖ ਜੀਵਾਂ, ਅਗਰ ਦਰਸ਼ਨ ਤੇਰਾ ਦੇਖ ਜੀਵਾਂ, ਕਹਿੰਦੇ ਦੇਖਣੇ ਨੂੰ ਤਾਂ ਕਿਆ ਹੈ, ਲੇਕਿਨ ਦੇਖੇਗਾ ਤਾਂ ਜਦੋਂ ਜਦ ਤੇਰੇ ਪਾਸ ਤੀਜੀ ਅੱਖ ਹੋਊਗੀ, ਜਦੋਂ ਚੰਦ ਸੂਰਜ ਦੀ ਗੰਢ ਪਊਗੀ, ਫੇਰ ਹੀ ਤਾਂ ਅੱਗੇ ਦੇਖੇਗਾ ਸ਼ੁਭ ਦ੍ਰਿਸ਼ਟੀ ਦੇ ਰਾਹੀਂ। ਸ਼ੁਭ ਦ੍ਰਿਸ਼ਟੀ ਤੇਰੀ ਬਣੀ ਨਹੀਂ, ਦ੍ਰਿਸ਼ਟਮਾਨ ਨੇਤਰ ਤੇ ਤੈਨੇ ਪਰਦਾ ਪਾ ਲਿਆ, ਵੇਖ ਕਿੱਦਾਂ ਰਿਹਾ ਹੈ, ਕੌਣ ਸੇ ਕਾਲੇ ਚੱਕਰ 'ਚ ਪੈ ਗਿਆ। सुनने की कोशिश कर रहे हैं, ए कन्ना नु त्रै गुणा दे अंदर सुखम फुरने चल रहे हैं, अंदर अपने आप ही फुरने वाली आवाज आई जाती है, तू ऐदा कर ले, धीरे ते आऊगा फुरना, तू ऐदा कर, ठीक है, तू ऐदा कर, ए तो तेरे साथ अंदर चले, तू तो काल नु सुन रहा है, तू तो त्रै गुणा नु सुन रहा है, मालिक नु किद्दां सुनेगा। मालिक नु तो तू सुनदा, तू सहज गुफा च पहुंच पहले, जे तू भवसागर दे विच बह के मालिक ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੇ ਤੇ ਮਹਾਰਾਜ ਨੇ ਆਪਾਂ ਨੂੰ ਵੇਦ ਦਿਆ, ਕਹਿੰਦੇ ਰੂਪ ਨਾ ਰੰਗ ਨਾ ਰੇਖ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤ੍ਰੈ ਗੁਣਾ ਤੋਂ ਤਾਂ ਭਿੰਨ ਦੱਸਿਆ ਹੈ। ਉਹ ਤਾਂ ਚੌਥੇ ਪਦ ਦੇ ਵਿੱਚੋਂ ਕਹਾਣੀ ਸ਼ੁਰੂ ਹੋਊਗੀ, ਜਿਹੜੀ ਕਹਾਣੀ ਤੂੰ ਭਵਸਾਗਰ ਦੇ ਵਿੱਚ ਬਹਿ ਕੇ ਗਿਆਨ ਦੇ ਰਾਹੀਂ ਫੋਲੋ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਸ ਕਰਕੇ ਹੀ ਤੂੰ ਅੱਗੇ ਨਹੀਂ ਜਾ ਪਾਉਂਦਾ। ਇਹ ਬੜੀ ਡੂੰਘਾਈ ਦੱਸਦੀ ਆਪਾਂ ਨੂੰ ਗੁਰਬਾਣੀ। ਕੀ ਕਿਹਾ, ਕਹਿੰਦੇ ਮੈਨੇ ਤਾਂ ਦੂਜੇ ਦੀ ਗੱਲ ਸੁਣਨੀ ਹੈਗੀ ਆ, ਉਹ ਕੀ ਗੱਲ ਕਰਦਾ ਹੈ, ਜਦੋਂ ਮੈਂ ਸੁਣਨ ਦੀ ਕੋਸ਼ਿਸ਼ ਕਰੂੰਗੀ ਨਾ, ਨੋਟ ਕਰਨਾ ਹੈ ਗੁਰਮੁਖ ਪਿਆਰਿਓ, ਮੇਰੀ ਬੋਡੀ ਦੇ ਵਿੱਚੋਂ ਮੇਰਾ ਧਿਆਨ ਉਧਰ ਜਾਊਗਾ, ਭਾਵੇਂ ਦੀਵਾਰ ਹੈ ਵਿੱਚੋਂ ਵਿੱਚ, ਲੇਕਿਨ ਉਧਰ ਜਾਊਗਾ ਕਿਹੜੀ ਗੱਲ ਚੱਲ ਰਹੀ ਹੈ। ਜਦੋਂ ਬੋਡੀ ਐ ਕਰੂਗੀ ਨਾ, ਸਮਝਣ ਦੀ ਕੋਸ਼ਿਸ਼ ਕਰਨੀ ਹੈ, ਜਦੋਂ ਐ ਕਰੂਗੀ ਨਾ ਕੀ ਵਿਚਾਰ ਕਰ ਰਹੇ ਹੈ ਇਹ, ਤਾਂ ਉਸ ਟਾਈਮ ਕਈ ਵਾਰ ਮੁੱਖ ਵੀ ਖੁੱਲ ਜਾਂਦਾ ਹੈ। ਮੁੱਖ ਕਦੋਂ ਖੁੱਲਦਾ ਹੈ, ਜਦੋਂ ਸਵਾਸ ਮੁੱਖ ਦੇ ਰਾਹੀਂ ਚੱਲਣੀ ਸ਼ੁਰੂ ਹੋ ਜਾਂਦੀ ਹੈ, ਨੱਕ ਦੇ ਰਾਹੀਂ ਜਿਹੜੀ ਸਵਾਸ ਚੱਲ ਰਹੀ ਹੈ, ਮਨ ਉਹਦੇ ਨਾਲ ਲਿੰਕ ਤੋੜ ਗਿਆ। ਜਦੋਂ ਆਪਾਂ ਸੌਂਦੇ ਹੈ ਨਾ ਤੇ ਮੁੱਖ ਤੇ ਸਵਾਸ ਜਾਂਦੀ ਤੇ ਮਨ ਲਿੰਕ ਤੋੜ ਜਾਂਦਾ ਪਾਉਣ ਦੇ ਨਾਲ। ਉਹੀ ਸਾਡੇ ਸਾਥ ਜੁਗਤੀ ਵਿਧੀ ਹੁੰਦੀ ਆ, ਜਦੋਂ ਆਪਾਂ ਦੂਜੇ ਦੀ ਗੱਲ ਸੁਣਦੇ ਤੇ ਸਾਡੀ ਬੋਡੀ ਭਾਵੇਂ ਆਪਾਂ ਇੱਕ ਲੱਤ ਤੋਂ ਹੀ ਖੜੇ ਹੋ ਤੇ ਆਪਾਂ ਐਂ ਹੀ ਖੜੇ ਰਹੇਗੇ ਜਦ ਤੱਕ ਆਪਾਂ ਅਗਲੇ ਦੀ ਗੱਲ ਦੇ ਵਿੱਚ ਧਿਆਨ ਰੱਖेंगे ਵੀ ਇਹ ਕੀ ਕਹੀ ਜਾਂਦੇ। ਤੇ ਜਿਸ ਏਰੀਏ ਦੇ ਵਿੱਚ ਆਪਾਂ ਖੜੇ ਹਾਂ ਉਸ ਏਰੀਏ ਦਾ ਆਪਾਂ ਨੂੰ ਕੁਛ ਨਹੀਂ ਪਤਾ, ਬੋਡੀ ਕਿੱਦਾਂ ਖੜੀ ਹੈ, ਕਿਤਨੀ ਦੇਰ ਹੋ ਗਈ, ਨਹੀਂ ਪਤਾ। ਹਾਂਜੀ, ਕਈ ਵਾਰ ਹੁੰਦਾ ਕਿ ਅਸੀਂ ਗੱਡੀ ਡਰਾਈਵ ਕਰ ਰਹੇ, ਉਦਾਹਰਨ ਦੇ ਕੇ ਸਮਝਾ ਰਹੇ ਹਾਂ ਡੂੰਘਾਈ ਕੀ ਹੈਗੀ ਆ। ਕਿਰਪਾ ਸਾਡੇ ਪਿਤਾ ਅਕਾਲ ਪੁਰਖ ਜੀ ਨੇ ਕਰਨੀ ਹੈ, ਲੇਕਿਨ ਵਿੱਚੋਂ ਜਿਹੜਾ ਕਾਲ ਚੱਕਰ ਬਣਦਾ ਹੈ ਉਹ ਕੀ ਹੈਗਾ, ਉਹ ਰੀਜ਼ਨ ਸਮਝ ਰਹੇ ਸੀ। ਕਈ ਵਾਰ ਸਾਡੀ ਗੱਡੀ ਸਟਾਰਟ ਖੜੀ ਆ, ਸਟਾਰਟ ਗੱਡੀ ਤੇ ਅਸੀਂ ਸਾਡੀ ਗੱਡੀ ਰੋਕ ਲਈ, ਐਸਾ ਹੁੰਦਾ ਹੈ ਬਹੁਤ ਵਾਰ। ਅਸੀਂ ਦੂਜੇ ਤੇ ਗੱਲਬਾਤ ਕਰਨ ਲੱਗੇ, ਬਾਤ ਕਰਦਿਆਂ ਉਹਦੀ ਗੱਲਾਂ ਦੇ ਵਿੱਚ ਸਾਡਾ ਧਿਆਨ ਇੰਨਾ ਚਲਾ ਗਿਆ ਕਿ ਗੱਡੀ ਕਿੰਨੇ ਟਾਈਮ ਤੋਂ ਸਟਾਰਟ ਖੜੀ ਹੈ ਸਾਨੂੰ ਪਤਾ ਹੀ ਨਹੀਂ। ਇਹ ਸਾਡੇ ਨਾਲ ਇੰਸੀਡੈਂਟ ਹੁੰਦੇ ਹੈ। ਜਿੱਦਾਂ ਕੋਈ ਬੀਬੀ ਖਾਣਾ ਬਣਾ ਰਹੀ ਆ, ਕਿਸੇ ਦਾ ਫੋਨ ਆ ਗਿਆ, ਉਹ ਵਿਚਾਰ ਕਰਨ ਲੱਗਿਆ, ਧਿਆਨ ਗੱਲਾਂ ਦੇ ਵਿੱਚ ਇੰਨਾ ਚਲਾ ਗਿਆ ਕਿ ਘਰ ਦੇ ਵਿੱਚੋਂ ਜਿਹੜਾ ਕੰਮ ਉਹ ਕਰ ਰਹੀਆਂ ਉਹ ਕੁਝ ਹੋਰ ਹੀ ਹੋ ਗਿਆ, ਸਬਜ਼ੀ ਜਲੀ ਗਈ, ਏਦਾਂ ਹੋ ਗਿਆ। ਮਤਲਬ ਇਹ ਚੀਜ਼ਾਂ ਕਦੋਂ ਹੋਣੀਆਂ ਹੈ,
ਜਦੋਂ ਸਾਲਾ ਧਿਆਨ ਦੂਜੀ ਸਾਈਡ ਪੂਰਾ ਐ ਚਲਿਆ ਜਾਂਦਾ ਹੈ ਕਿ ਐਸੇ ਸਾਈਡ ਤੋਂ ਤੋੜ ਦਿੰਦਾ ਸੰਪਰਕ। ਜਦੋਂ ਅਸੀਂ ਇੱਧਰ ਵੀ ਧਿਆਨ ਰੱਖਣੇ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਉਹਦੀ ਵੀ ਗੱਲ ਸੁਣਨੇ ਨੂੰ ਕੋਸ਼ਿਸ਼ ਕਰ ਰਹੇ ਹਾਂ ਤੇ ਦੋਨਾਂ ਦੇ ਵਿੱਚੋਂ ਕੋਈ ਵੀ ਕੰਮ ਠੀਕ ਨਹੀਂ ਹੋਣਾ। ਇਹੀ ਦੱਸ ਰਹੀ ਹੈ ਗੁਰਬਾਣੀ ਗੁਰੂ ਆਪਾਂ ਨੂੰ। ਗੁਰਬਾਣੀ ਗੁਰੂ ਦੇ ਵਿੱਚੋਂ ਕਿਹਾ ਗਿਆ ਸਾਨੂੰ ਕਿ ਤੁਸੀਂ ਜਦੋਂ ਨਾਮ ਸੁਣਨਾ ਹੈ ਤੇ ਪਹਿਲੇ ਤੁਸੀਂ ਪੌਣ ਰੂਪ ਹੋਣਾ ਹੈ। ਪੌਣ ਰੂਪ ਹੋਣੇ ਦਾ ਭਾਵ ਕੀ ਹੈਗਾ? ਤੁਹਾਡੇ ਕੋਲ ਫੁਰਨਾ ਨਹੀਂ ਹੋਣਾ ਚਾਹੀਦਾ। ਤੁਸੀਂ ਗਿਆਨ ਦਾ ਵੀ ਫੁਰਨਾ ਨਾ ਲਓ। ਇੱਕ ਵਾਰ ਸਮਝ ਲਿਆ ਨਾ, ਸਭ ਤੋਂ ਪਹਿਲਾਂ ਸਾਰੇ ਫੁਰਨਿਆਂ ਨੂੰ ਡਿਲੀਟ ਕਰੋ, ਸਾਰੇ ਫੁਰਨਿਆਂ ਨੂੰ। ਜਦੋਂ ਫੁਰਨੇ ਖਤਮ ਹੋ ਗਏ, ਫੁਰਨੇ ਖਤਮ ਕਰਨ ਦੀ ਵੀ ਆਪਾਂ ਨੂੰ ਜੁਗਤੀ ਵਿਧੀ ਦਿੱਤੀ ਹੋਈ ਆ। ਸੇਵ ਆਹੀ ਜੁਗਤੀ ਵਿਧੀ ਅਪਣਾਓ ਕਿ ਇਹ ਉੱਪਰ ਆਵਾਜ਼ ਜਿਹੜੀ ਆ ਰਹੀ ਆ ਮਸਤਕ ਦੇ ਵੱਲ ਆ ਰਹੀ ਹੈ, ਗਿੱਚੀ ਦੇ ਪਿੱਛੋਂ ਆ ਰਹੀ ਆ, ਇਹਨੂੰ ਹੀ ਸੁਣੋ। ਜਦੋਂ ਇਹਨੂੰ ਆਪ ਜੀ ਸੁਣੋਗੇ ਤਾਂ ਸਵਾਸ ਰੁਕੂਗੀ। ਜਦ ਆਪ ਜੀ ਇਹਨੂੰ ਧਿਆਨ ਨਾਲ ਸੁਣੋਗੇ। ਅੱਖਾਂ ਨੂੰ ਉੱਪਰ ਨੂੰ ਨਹੀਂ ਲੈ ਕੇ ਜਾਣਾ। ਅੱਖਾਂ ਨੂੰ ਤਾਂ ਏਦਾਂ ਬੰਦ ਕਰ ਦੋ, ਅੱਖਾਂ ਦਾ ਤਾਂ ਕੋਈ ਕੰਮ ਹੀ ਨਹੀਂ ਹੈ। ਅੱਖਾਂ ਤਾਂ ਤਬ ਦੇਖੇਗਾ ਜਬ ਅੰਦਰ ਮਨ ਜਾਗੂਗਾ। ਇਹਨਾਂ ਦੀ ਡਿਊਟੀ ਤਬ ਲੱਗੂਗੀ ਦੇਖਣੇ ਦੀ। ਇਹ ਜੇ ਸਾਨੂੰ ਗੁਰਮੁਖਾਂ ਦੇ ਪਾਸੋਂ ਪ੍ਰੈਕਟੀਕਲ ਕਰਾਇਆ ਜਾਂਦਾ ਕਿ ਅੱਗੇ ਵੇਖੀ ਚਲੋ, ਉਹ ਗੁਰਮੁਖ ਪਿਆਰਿਓ ਚੰਦ ਸੂਰਜ ਦੀ ਗੰਢ ਪਾਉਣ ਦੀ ਵਿਧੀ ਜੁਗਤੀ ਦੱਸੀ ਜਾਂਦੀ ਹੈ ਵੀ ਅੱਖਾਂ ਦੀ ਡਾਇਰੈਕਸ਼ਨ ਜਿਹੜੀ ਹੈ ਜਿਹੜੇ ਸਾਹਮਣੇ ਸੁਣਨ ਦੇ ਵਿੱਚ ਹੋਊਗੀ ਤੇ ਜੇ ਅੱਖਾਂ ਇੱਧਰ ਸਾਈਡ ਤੋਂ ਉੱਪਰ ਥੱਲੇ ਘੁੰਮਦੀਆਂ ਰਹੇਗੀਆਂ ਤੇ ਫਿਰ ਮਨ ਜਿਹੜਾ ਹੈਗਾ ਉਹ ਨੇਤਰਾਂ ਦੇ ਵਿੱਚ ਬੈਠਾ ਹੈ, ਉਹ ਇਹਨਾਂ ਤੋਂ ਬਾਹਰ ਨਿਕਲ ਪਾਣੇ ਦਾ। ਤੇ ਨੇਤਰਾਂ ਨੂੰ ਏਦਾਂ ਬੰਦ ਕਰੋ ਜਿੱਦਾਂ ਨਾਲ ਕੋਈ ਕੰਮ ਨਹੀਂ ਹੈ ਫਿਲਹਾਲ, ਕਿਉਂਕਿ ਸਾਡੇ ਪਾਸ ਦ੍ਰਿਸ਼ਟਮਾਨ ਨੇਤਰਾਂ ਤੋਂ ਅਸੀਂ ਮਾਲਿਕ ਨੂੰ ਨਹੀਂ ਦੇਖ ਸਕਦੇ ਔਰ ਸ਼ੁਭ ਦ੍ਰਿਸ਼ਟੀ ਸਾਡੀ ਬਣੀ ਨਹੀਂ ਹੈਗੀ। ਤੇ ਏਦਾਂ ਨੇਤਰਾਂ ਨੂੰ ਬੰਦ ਕਰੋ, ਬਿਲਕੁਲ ਸਾਇਲੈਂਟ ਬੈਠ ਜਾਓ, ਬਿਲकुल ਆਰਾਮ ਤੋਂ। ਐਸੇ ਬੈਠ ਜਾਓ ਜੈਸੇ ਬੋਡੀ ਦੇ ਵਿੱਚ ਅਸੀਂ ਹੈ ਹੀ ਨਹੀਂ। ਜਿੱਦਾਂ ਕੋਈ ਬਹੁਤ ਬੰਦਾ ਗਮ ਦੇ ਵਿੱਚੋਂ ਬੈਠਾ ਹੋਇਆ ਹੁੰਦਾ ਨਾ, ਖੋ ਗਿਆ ਉਹ ਗਮ ਦੇ ਵਿੱਚੋਂ, ਐ ਬਿਲਕੁਲ ਉਹਨੂੰ ਕੁਛ ਨਹੀਂ ਪਤਾ ਕੋਈ ਆ ਰਿਹਾ ਕੋਈ ਜਾ ਰਿਹਾ। ਏਦਾਂ ਬੈਠ ਜਾਓ, ਬੋਡੀ ਦਾ ਕੋਈ ਚੇਤਾ ਨਹੀਂ, ਬਸ ਐ ਬਹਿ ਜਾਓ। ਜਦੋਂ ਐ ਬਹੋਗੇ ਇਹਦੇ ਵਿੱਚ ਬਹੁਤ ਡੂੰਘੀ ਜੁਗਤੀ ਵਿਧੀ ਲੱਗੂਗੀ। ਜਦੋਂ ਤੁਸੀਂ ਐ ਬਹੋਗੇ ਤੇ ਸ਼ਬਦ ਸੁਣਨੇ ਸ਼ੁਰੂ ਹੋਏਗੇ। ਜਿਨ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਣਦੇ हैं ਉਹਨਾਂ ਨੂੰ ਕਲੀਅਰ ਸ਼ਬਦ ਸੁਣेंगे। क्यों? क्योंकि मन ने ज्ञान ਨੂੰ ਵਿਚਾਰਨਾ ਬੰਦ ਕਰ ਦਿਆ। ਅਵਸਥਾ ਧਿਆਨ ਦੀ ਸ਼ੁਰੂ ਹੋ ਗਈ। ਗਿਆਨ ਦੀ ਲੋੜ ਥੀ ਭਵਸਾਗਰ ਦੇ ਵਿੱਚ ਤੋਂ ਨਿਕਲਣ ਦੇ ਲਈ। ਭਵਸਾਗਰ ਤੋਂ ਨਿਕਲ ਗਿਆ। ਭਵਸਾਗਰ ਹੈ ਫੁਰਨੇ, ਭਵਸਾਗਰ ਹੈ ਤ੍ਰੈ ਗੁਣ। ਕੋਈ ਫੁਰਨਾ ਨਹੀਂ ਆ ਰਿਹਾ, ਕਿਸੇ ਦੇ ਬਾਰੇ ਕੁਛ ਨਹੀਂ ਸੋਚ ਰਿਹਾ, ਕੁਛ ਨਹੀਂ ਕਹਿ ਰਿਹਾ, ਬੈਠਾ ਹੈ। ਸਾਇਲੈਂਟ ਹੋਣਾ, ਸਾਇਲੈਂਟ ਬੈਠਾ ਹੈ। ਇਹ ਸਾਇਲੈਂਟ ਹੋਣਾ ਹੀ ਤਾਂ ਬਹੁਤ ਔਖਾ ਹੈ, ਸਾਇਲੈਂਟ ਹੀ ਤਾਂ ਨਹੀਂ ਹੁੰਦਾ। ਸਿਮਰਨ ਅਭਿਆਸ ਕਰੀ ਜਾਊਗਾ, ਨਾਭੀ ਤੋਂ ਸਵਾਸ ਨੂੰ ਲੈ ਗਿਆ, ਵਾਹ ਵਾਹ, ਸਾਇਲੈਂਟ ਨਹੀਂ ਹੋ ਰਿਹਾ। और ज्यादा बॉडी ने कभी खब्बे पासे जा रहा है, कभी सज्जे पासे जा रहा, बॉडी ਨੂੰ कभी बहुत ज्यादा हीट कर बैठता है, कभी बॉडी ਨੂੰ बहुत ज्यादा डाउन कर बैठता है। ਸਿਆਣਪ ਕਰੀ ਜਾ ਰਿਹਾ, ਇਹਦੇ ਵਿੱਚੋਂ ਵੀ ਕਾਲ ਸ਼ਰਾਰਤ ਕਰਦਾ ਹੈ। ਕਹਿੰਦੇ ਕੇਵਲ ਪਾਉਣ ਦੇ ਸ਼ਬਦ ਨੂੰ ਸੁਣ, ਪਾਉਣ ਦੇ ਸ਼ਬਦ ਨੂੰ ਸੁਣਦੇ ਹੋਇਆ ਸਾਇਲੈਂਟ ਹੋ ਕੇ ਬੈਠ। ਜਦੋਂ ਸਿਮਰਨ ਅਭਿਆਸ ਕਰਨੇ ਵੀ ਬੈਠ ਤੇ ਐ ਬੈਠ, ਹੱਥ ਪੈਰ ਜ਼ਿਆਦਾ ਹਿਲਾने जुलाने की जरूरत नहीं है। एक पोजीशन ਦੇ ਵਿੱਚ बैठ जा, बैठ के फिर बोल प्यार ते फतेह दी सांझ पा के फिर बोल वाह गुरु, वाह गुरु, वाह गुरु। वॉल्यूम ਦਾ ਸੰਗ ਕਰ, ਸ਼ਬਦ ਦਾ ਸੰਗ ਕਰ, ਕੇਵਲ ਆਵਾਜ਼ ਨਾ। ਆਵਾਜ਼ ਦਾ ਧਿਆਨ ਕਰੀ ਜਾ, ਆਵਾਜ਼ ਦੇ ਵਿੱਚੋਂ ਧਿਆਨ ਕਰੀ ਜਾ। ਸਹਿਜ ਸੁਭਾਈ ਸੁਰਤੀ ਰੋਮਾਂ ਦੇ ਵਿੱਚ ਤੋਂ, ਬੋਡੀ ਦੇ ਵਿੱਚ ਤੋਂ ਬਾਹਰ ਆਣੀ ਸ਼ੁਰੂ ਹੋ ਜਾਊਗੀ। ਔਰ ਕਿੱਥੇ ਜਾਊਗੀ? ਇਹ ਸ਼ਬਦ ਦੇ ਵਿੱਚੋਂ ਜਾਊਗੀ ਔਰ ਸ਼ਬਦ ਦੇ ਵਿੱਚ ਰਲ ਕੇ ਪੌਣ ਰੂਪ ਹੋ ਕੇ ਸਹਿਜ ਗੁਫਾ ਦੇ ਵਿੱਚ ਪ੍ਰਵੇਸ਼ ਹੋਗੀ। ਆਪਣੀ ਐਕਟੀਵਿਟੀਆਂ ਛੁੱਟ ਦੇ, ਬਹੁਤ ਜ਼ਿਆਦਾ ਕੁਛ ਨਾ ਕਰੇ। ਅਸੀਂ ਕੋਸ਼ਿਸ਼ ਕਰ ਰਹੇ ਡੂੰਘਾਈ ਸਮਝਾਉਣ ਦੀ ਕਿ ਇਹ ਡੂੰਘਾਈ ਕੀ ਹੈਗੀ ਇਹਦੇ ਵਿੱਚੋਂ। ਫਿਰ ਅੱਗੇ ਜਾ ਕੇ ਵੀ ਜਦੋਂ ਤੈਨੂੰ ਲੱਗਿਆ ਵੀ ਹੁਣ ਆਪਣੇ ਆਪ ਹੀ ਆਵਾਜ਼ ਤੇਰੀ ਸਿਮਰਨ ਦੀ ਧੀਰੇ ਧੀਰੇ
ਗੁਰਮੁਖ ਪਿਆਰਿਓ, ਇਹ ਬਰੀਕੀ ਨੂੰ ਸਮਝੋ। ਨਾ ਤਾਂ ਆਵਾਜ਼ ਨੂੰ ਉੱਚੀ ਕਰਨ ਦੀ ਲੋੜ ਹੁੰਦੀ ਹੈ, ਨਾ ਆਵਾਜ਼ ਨੂੰ ਮੱਧਮਾ ਦੇ ਵਿੱਚ ਲੈ ਜਾਣ ਦੀ ਲੋੜ ਹੁੰਦੀ ਹੈ, ਨਾ ਆਵਾਜ਼ ਨੂੰ ਸਾਇਲੈਂਟ ਕਰਨ ਦੀ ਲੋੜ ਹੁੰਦੀ ਹੈ। ਇਹ ਤਾਂ ਸਾਨੂੰ ਤਰੀਕੇ ਦੱਸੇ ਹੋਏ ਵੀ ਇਹ ਨਿਸ਼ਾਨੀਆਂ ਪ੍ਰਗਟ ਕਰੀਆਂ ਹੈ। ਜਿਹੜੀ ਸੁਰਤ ਧੁਨ ਦੇ ਵਿੱਚ ਧਿਆਨ ਧਰੂਗੀ, ਕਾਲ ਤੋਂ ਯੁੱਧ ਹੋਊਗਾ ਤੇ ਆਵਾਜ਼ ਉੱਚੀ ਵੀ ਹੋਊਗੀ। ਜਦੋਂ ਯੁੱਧ ਦੇ ਵਿੱਚ ਫਤਿਹ ਹੋਣੀ ਸ਼ੁਰੂ ਹੋ ਜਾਊਗੀ ਤੇ ਆਵਾਜ਼ ਮੱਧਮਾ ਦੇ ਵਿੱਚ ਆ ਜਾਊਗੀ। ਨਿਸ਼ਾਨੀਆਂ ਹੈ, ਕਰਨ ਨੂੰ ਨਹੀਂ ਕਿਹਾ, ਕਿਰਿਆ ਨਹੀਂ ਕਹੀ, ਕਿਰਿਆ ਨਹੀਂ ਕਹੀ, ਨਿਸ਼ਾਨੀ ਪ੍ਰਗਟ ਕਰੀ ਆ ਨਹੀਂ ਕਿਹਾ ਕਿ ਤੁਸੀਂ ਜ਼ੋਰ ਜ਼ੋਰ ਤੇ ਹੋਕੇ ਮਾਰੋ। ਪਹਿਲੇ ਕਿਹਾ ਹੈ ਧੁਨ ਮੈਂ ਧਿਆਨ, ਧੁਨ 'ਚ ਧਿਆਨ ਧਰਨਾ ਸ਼ੁਰੂ ਕਰੋ। ਜੇ ਵਿੱਚ ਕਾਲ ਸ਼ਰਾਰਤ ਕਰੂਗਾ, ਆਵਾਜ਼ ਆਪ ਉੱਚੀ ਹੋਊਗੀ, ਕਾਲ ਤੋਂ ਯੁੱਧ ਹੋਊਗਾ। ਜਿੱਦਾਂ ਜਿੱਦਾਂ ਕਾਲ ਤੋਂ ਫਤਿਹ ਹੋਣੀ ਸ਼ੁਰੂ ਹੋ ਜਾਊਗੀ, ਆਵਾਜ਼ ਮੱਧਮਾ ਦੇ ਵਿੱਚ ਆਣੀ ਸ਼ੁਰੂ ਹੋ ਜਾਊਗੀ, ਬਹਾਵ ਸਲੋ ਹੋ ਜਾਊਗਾ। ਜਿੱਦੋਂ ਜਿੱਦਾਂ ਕਾਲ ਤੋਂ ਫਤਿਹ ਹਾਸਿਲ लास्ट मोमेंट पे आनी शुरू हो जाऊगी, आवाज और भी ज्यादा स्लो होनी शुरू हो जाऊगी। धीरे 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 ਜਿਹੜੀ ਸਾਡੀ ਬੇੜੀ ਆ ਉਹ ਕਿਨਾਰੇ ਤੋਂ ਲੱਗ ਜੂਗੀ। ਆਪਣੇ ਆਪ ਹੀ ਮੁਖ ਤੋਂ ਜਿਹੜੀ ਆਵਾਜ਼ ਹੈ ਵਾਹਿਗੁਰੂ ਕਰਨ ਦੀ ਜ਼ਰੂਰਤ ਨਹੀਂ, ਹੋਊਗਾ ਹੋਊਗਾ, ਕਰਨ ਦੀ ਜ਼ਰੂਰਤ ਨਹੀਂ। ਸਮਝ ਰਹੇ ਨਾ ਆਪਾਂ, ਕੇਵਲ ਆਵਾਜ਼ ਨੂੰ ਫੜਨ ਦੀ ਕੋਸ਼ਿਸ਼ ਕਰਨੀ ਹੈ। ਜੇ ਕਾਲ ਨਹੀਂ ਸੁਣਨ ਦਿੰਦਾ ਤਾਂ ਸੁਣੋ, ਕਾਲ ਸੁਣਨ ਨਹੀਂ ਦਿੰਦਾ ਤੁਸੀਂ ਸੁਣੋਗੇ, ਆਵਾਜ਼ ਉੱਚੀ ਹੋਊਗੀ। ਜਦ ਜਿੱਦਾਂ ਜਿੱਦਾਂ ਤੁਹਾਨੂੰ ਆਵਾਜ਼ ਠਹਿਰਾਵ ਦੇ ਨਾਲ ਸੁਣਾਈ ਦੇਣੀ ਸ਼ੁਰੂ ਹੋ ਜਾਊਗੀ, ਆਵਾਜ਼ ਆਪਣੇ ਆਪ ਹੀ ਮੀਡੀਅਮ ਆਵਾਜ਼ ਦੇ ਵਿੱਚ ਮੱਧਮਾ ਦੇ ਵਿੱਚ ਆਣੀ ਸ਼ੁਰੂ ਹੋ ਜਾਊਗੀ। ਫਿਰ ਆਪਣੇ ਆਪ ਹੀ ਮਨ ਬਿਲਕੁਲ ਜਿੱਦਾਂ ਸਹਿਜ 'ਚ ਜਾਂਦਾ ਨਾ, ਸਾਇਲੈਂਟ ਹੋਣਾ ਸ਼ੁਰੂ ਹੋ ਜਾਊਗਾ। ਬੋਡੀ ਸੁੰਨ ਹੋਣੀ ਸ਼ੁਰੂ ਹੋ ਜਾਊਗੀ। ਮਨ ਇੱਕ ਹੰਕਾਰੇ ਦੇ ਰਾਹੀਂ, ਜਿੱਦਾਂ ਇੱਕ ਕਹਾਣੀ ਸਟੋਰੀ ਸੁਣਦੇ ਸੁਣਦੇ ਬੱਚੇ ਸੋ ਜਾਂਦੇ, ਲੋਰੀ ਸੁਣਦੇ ਸੁਣਦੇ ਬੱਚੇ ਸੋ ਜਾਂਦੇ, ਆਨੰਦ ਮੰਨਦੇ ਹੋਇਆ ਇਹ ਬੋਡੀ ਤੋਂ ਵੱਖ ਹੋਊਗਾ। ਉਸ ਅਵਸਥਾ 'ਚ ਜਾਣਾ ਹੈ ਸਾਨੂੰ। ਸਮਝ ਰਹੇ ਨਾ ਆਪਾਂ, ਗਿਆਨ ਆਪਣੀ ਜਗ੍ਹਾ ਹੈ, ਉਹ ਤਾਂ ਨਿਸ਼ਾਨੀਆਂ ਪ੍ਰਗਟ ਕੀਤੀਆਂ ਵੀ ਏਦਾਂ ਹੋਊਗਾ। ਜਦੋਂ ਤੁਸੀਂ ਇਹ ਧੁੰਦਾ ਪਿੱਛਾ ਕਰਦੇ ਕਰਦੇ ਜਾਓਗੇ ਤੇ ਤੁਸੀਂ ਪੌਣ ਰੂਪ ਹੋ ਕੇ ਬੋਡੀ ਤੋਂ ਬਾਹਰ ਨਿਕਲ ਜਾਓਗੇ, ਆਪਣੇ ਆਪ ਹੀ ਨਿਕਲ ਜਾਓਗੇ। ਇਹ ਸਾਨੂੰ ਜੁਗਤੀ ਮਿਲੀ ਆ। ਉਸ ਤੋਂ ਬਾਅਦ ਜਦ ਤੁਸੀਂ ਬੋਡੀ ਤੋਂ ਵੱਖ ਹੋ ਜਾਓਗੇ, ਤੁਹਾਨੂੰ ਬੋਡੀ ਦੀ ਐਕਟੀਵਿਟੀ, ਗਿਆਨ ਇੰਦਰੀਆ ਕਰਮ ਇੰਦਰੀਆ ਦਾ ਭੇਦ ਨਹੀਂ ਰਹਿਣਾ। 9 ਦਰ ਠਾਕ ਜਾਏਗੇ ਪੌਣ ਦੇ ਰਾਹੀਂ। ਇੰਗਲਾ ਪਿੰਗਲਾ ਔਰ ਸੁਖਮਣਾ ਪੌਣੇ ਬੰਦ ਰਹਾਉਂਗੋ। ਫਿਰ ਅੱਗੇ ਦੱਸ ਰਹੇ ਨੇਤਰਾ ਦੀ ਗੱਲ ਆ ਗਈ। ਚੰਦ ਸੂਰਜ ਦੋਏ ਸਭ ਕਰ ਰਾਖੂ, ब्रह्म जोत रल जाऊंगो। फिर अगे जाके बिना नेत्रा तो नेत्र खुलेंगे, बिना रसना तो रसना बोलूंगी, बिना कन्ना तो कन्न सुनेंगे। ओह होगा जीवते मरना, जिंदे जी मरना। जो ऐसी मरनी मर जाऊगा वो दोबारा नहीं मर देना। फिर उथे जाके सानू परलोक दा एरिया नजर आऊगा, परलोक दा सारा कुछ सुनाई दूगा। ए दस रही है गुरु वाहिगुरु आप योग मत नहीं, ए गुरमत है। फुरनिया तो रहत होना, काल दे इलाके तो बाहर निकलना, अपने पिता अकाल पुरख परमात्मा जी याद दे विच इन्नियां आवाजां लानियां कि पौड़ रूप हो गए विछोड़े दे दुख दे विच देही नूं ही भुल जाना। ਜਦੋਂ ਸਾਡੇ ਘਰ ਦੇ ਵਿੱਚੋਂ ਕੋਈ ਚੜ੍ਹਾਈ ਕਰਦਾ ਦੇਖਦੇ ਆਪਾਂ, ਉਹਦੀ ਯਾਦ ਦੇ ਵਿੱਚ ਕਈ ਬੰਦੇ ਇੰਨਾ ਜ਼ਿਆਦਾ ਵਿਰਾਗ ਦੇ ਵਿੱਚ ਚਲੇ ਜਾਂਦੇ ਕਿ ਉਹਦੇ ਹੀ ਤੋਂ ਹੀ ਵੱਖ ਹੋ ਜਾਂਦੇ। ਅਸੀਂ ਉਹਨਾਂ ਦੇ ਮੁਖ ਦੇ ਵਿੱਚੋਂ ਪਾਣੀ ਪਾਣੇ ਵੀ ਇਹਨੂੰ ਦੌਰਾ ਪੜ ਗਿਆ, ਆਪਾਂ ਕਹਿੰਦੇ ਨਾ ਬੇਹੋਸ਼ ਹੋ ਗਿਆ, ਇਹਨੂੰ ਪਾਣੀ ਦੇ ਛਿੱਟੇ ਪਾਣੇ, ਮੁਖ ਚ ਪਾਣੀ ਪਾਣੇ। ਉਹਦੀ ਯਾਦ ਦੇ ਵਿੱਚੋਂ ਉਹਨੇ ਇੰਨਾ ਜ਼ਿਆਦਾ ਨਾ ਧਿਆਨ ਉਹਦੀ ਯਾਦ ਦੇ ਵਿੱਚੋਂ ਧਰ ਦਿਆ ਕਿ ਉਹ ਸੁਣਨ ਚ ਚਲਾ ਗਿਆ। ਸੇਮ ਇਸੇ ਤਰੀਕੇ ਨਾਲ ਸਾਨੇ ਵੀ ਉਹਦੀ ਯਾਦ ਦੇ ਵਿੱਚੋਂ ਇੰਨਾ ਧਿਆਨ ਧਰ ਦੇਣਾ ਕਿ ਸਾਨੂੰ ਬੋਡੀ ਦਾ ਚੇਤਾ ਹੀ ਵਿਸਰ ਜਾ, ਦੁਨੀਆਦਾਰੀ ਦਾ ਚੇਤਾ ਹੀ ਵਿਸਰ ਜਾ। ਜਿਹੜਾ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸ ਰਹੇ, ਸਾਚ ਕਹੂੰ ਸੁਨ ਲੇਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਸ ਪ੍ਰੇਮ ਦੇ ਰਾਹੀਂ ਵਾਜਾ ਮਾਰੋ। ਬੋਡੀ ਦੇ ਨਾਲ ਧੱਕਾ ਆਪਾਂ ਨੇ ਬਿਲਕੁਲ ਨਹੀਂ ਕਰਨਾ। ਇਹਨੂੰ ਤਾਂ ਪਿਆਰ ਦੇ ਨਾਲ ਬੜੇ ਅੱਛੇ ਦੇ ਖਵਾ ਪਿਆ ਕੇ ਬੜੇ ਅੱਛੇ ਦੇ ਰੱਖਣਾ ਹੈ,
ਕਿਉਂਕਿ ਆ ਸਾਨੂੰ ਮਾਲਿਕ ਦੇ ਮਿਲਾਪ ਵਾਸਤੇ ਸਾਡੀ ਸੰਗੀ ਸਾਥੀ ਹੈ। ਇਹ ਨੇਤਰਾਂ ਨੂੰ ਆਪਾਂ ਜ਼ੋਰ ਲਾ ਲਾ ਕੇ ਇਹਨਾਂ ਨੂੰ ਆਪਾਂ ਲੋੜ ਪਾ ਦੇਂਗੇ। ਇਹ ਨਾੜਾ ਵੀ, ਇਹ ਸਾਰੀ ਬੋਡੀ ਦੇ ਪਾਰਟਾਂ ਨੂੰ ਬੜੇ ਫਰੈਸ਼ ਰੱਖਣਾ, ਬੜਾ ਅੱਛਾ। ਸਿਮਰਨ ਐ ਕਰਨ ਕਿ ਬੋਡੀ ਬਿਲਕੁਲ ਐ ਰਹੇ ਖਿੜੀ ਹੋਈ, ਐ ਨਾ ਰਹੇ ਮੁਰਝਾਇਆ ਹੋਇਆ ਚਿਹਰਾ ਨਾ ਰਹੇ, ਐ ਰਹੇ ਬਿਲਕੁਲ। ਵਾਹਿਗੁਰੂ ਵਾਹਿਗੁਰੂ। ਇਹ ਨਾ ਹੋ ਡਿਪਰੈਸ਼ਨ ਦੇ ਵਿੱਚ, ਹਾਏ ਮੇਰੀ ਤਾਂ ਅਵਸਥਾ ਹੀ ਨਹੀਂ ਬਣੀ, ਵਾਹਿਗੁਰੂ। ਏਦਾਂ ਨਹੀਂ, ਉਹ ਅੰਦਰ ਦੀ ਯਾਦ ਵੱਖਰੀ ਗੱਲ ਹੈ, ਵਿਛੋੜੇ ਦਾ ਦੁੱਖ ਵੱਖਰੀ ਗੱਲ ਹੈ, ਲੇਕਿਨ ਬੋਡੀ ਤੋਂ ਅਲੱਗ ਇਫੈਕਟ ਗੇਰਨਾ ਉਹ ਵੱਖਰੀ ਗੱਲ ਹੈ। ਬੋਡੀ ਦੇ ਪਾਰਟਾਂ ਨੂੰ ਅੱਛਾ ਸੁਰੱਖਿਅਤ ਰੱਖੋ, ਇਹਨਾਂ ਤੋਂ ਕੰਮ ਲੈਣਾ ਹੈ ਆਪਾਂ ਨੇ, ਸਮਝ ਰਹੇ ਆਪਾਂ। ਇਹ ਤਰੀਕੇ ਨਾਲ ਆਪਾਂ ਨੇ ਬੜੀ ਹੀ ਪਿਆਰ ਨਾਲ ਗੁਰਬਾਣੀ ਗੁਰੂ ਦਾ ਓਟ ਆਸਰਾ ਲੈਂਦੇ ਹੋਇਆ ਚੱਲਣਾ ਹੈ। ਗੁਰਮੁਖ ਪਿਆਰਿਓ, अपने नाल सारे गुरु साहबान भक्त सेवान जी आप खड़े हैं, बड़े प्यार नाल आपां नूं दस रहे हैं, चलते जाओ। इन्नी क बेनती प्रवान करनी जी। धन धन साहिब श्री गुरु ग्रंथ साहब महाराज जी दे विचों विचार कीती आ। जे विचार करदे होए असाते कोई शब्द गुरबाणी गुरु दा अगे पिछे बोला गया हो, आप ते गुरु साहब जी बख्शण जोग हो जी, बख्श देना। बुलाओ जी फतेह। वाहिगुरू जी का